3 ਦੇ ਉੱਤੇ। ਇਸ ਦੇ ਨਾਲ ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਮਨਜੀਤ ਸਿੰਘ ਖਲਾਰ ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉਹ ਸਕਾਟਲੈਂਡ ਗਿਆ ਵਾ, ਉਹਦੇ ਬਾਅਦ ਉਹ ਯੂਕੇ ਦੇ ਪ੍ਰਾਈਮ ਮਿਨਿਸਟਰ ਕ੍ਰੈਮਰ ਨੂੰ ਵੀ ਮਿਲੇ ਹੈਗੇ ਆ। ਤੇ ਨਵੀਂ ਜਿਹੜੀ ਖਬਰ ਇਹ ਆ ਰਹੀ ਆ ਵੀ US ਨੇ ਯੂਰਪੀਅਨ ਯੂਨੀਅਨ ਦੇ ਨਾਲ ਜਿਹੜੀ ਆ ਟ੍ਰੇਡ ਉਹ ਡੀਲ ਬਣਾ ਰਹੀ ਹੈਗੀ ਆ। ਸੋ ਸਿਰਫ 15% ਜਿਹੜਾ ਟੈਰਿਫ ਆ ਬਹੁਤ ਸਾਰੀਆਂ ਜਿਹੜੀਆਂ ਯੂਰਪ ਦੀਆਂ ਚੀਜ਼ਾਂ ਹੈਗੀਆਂ ਜੋ ਅਮਰੀਕਾ ਦੇ ਵਿੱਚ ਆਉਣੀਆਂ ਆ ਉਹਨਾਂ ਦੇ ਉੱਤੇ ਲੱਗੂਗਾ। ਸੋ ਕਿਉਂਕਿ ਪਿਛਲੇ ਸਮੇਂ 'ਚ ਜਿਸ ਹਿਸਾਬ ਦੇ ਨਾਲ ਟੈਰਿਫ ਨੂੰ ਲੈ ਕੇ ਬਹੁਤ ਸਾਰੇ ਮੁਲਕਾਂ ਦੇ ਨਾਲ ਕਸ਼ਮਕਸ਼ ਚੱਲ ਰਹੀ ਸੀ, ਸੋ ਗਲੋਬਲੀ ਇਹਦਾ ਬੜਾ ਅਸਰ ਪੈ ਰਿਹਾ ਸੀ। ਸੋ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਯੂਰਪੀਅਨ ਕਮਿਸ਼ਨ ਦੇ ਚੀਫ ਉਰਸੁਲਾ ਵੌਨ ਡਰ ਲੇਅਨ, ਇਹ ਦੋਨੋਂ ਜਾਣੇ ਮਿਲੇ ਤੇ ਸਕਾਟਲੈਂਡ ਦੇ ਵਿੱਚ, ਤੇ ਪ੍ਰਾਈਵੇਟਲੀ ਇਹ ਮੀਟਿੰਗ ਸੀਗੀ। ਤੇ ਇਹਦੇ ਵਿੱਚ ਹੁਣ ਇਹ ਖਬਰਾਂ ਆ ਰਹੀਆਂ ਹੈਗੀਆਂ ਵੀ ਜਿਹੜੀ ਡੀਲ ਆ ਉਹ ਬਣ ਗਈ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਯੂਰਪੀਅਨ ਯੂਨੀਅਨ $750 ਬਿਲੀਅਨ ਵਰਥ ਆਫ US એનર્ਜੀ ਤੇ ਜਿਹੜੀ ਬਾਈ ਕਰੂਗਾ ਤੇ $600 ਬਿਲੀਅਨ ਇਨਵੈਸਟ ਕਰੂਗਾ ਅਮਰੀਕਾ ਦੇ ਵਿੱਚ। ਸੋ ਇਹਦੇ ਨਾਲ ਯੂਰਪ ਦੇ ਵਿੱਚ ਵੀ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਿਲੀ ਹੈਗੀ, ਖਾਸ ਕਰਕੇ ਜਿਹੜੀਆਂ ਯੂਰਪ ਦੀਆਂ ਕਾਰਾਂ, ਜਰਮਨ ਦੀਆਂ ਹੋਰ ਜਾਂ UK 'ਚ ਬਣਨ ਵਾਲੀਆਂ, ਨਹੀਂ ਤਾਂ ਉਹਨਾਂ ਦੇ ਉੱਤੇ ਜਿਸ ਹਿਸਾਬ ਨਾਲ 35% 30% ਪਹਿਲਾਂ ਟੈਕਸ ਲਾਇਆ ਸੀ, ਸੋ ਉਹ ਇੱਥੇ ਵਿਕਣੀਆਂ ਹਾਰਡ ਹੋਣੀਆਂ ਸੀਗੀਆਂ। ਸੋ ਇਸ ਸੰਬੰਧ ਦੇ ਵਿੱਚ ਜੋ ਬੌਨ ਲੇਅਨ ਆ, ਉਹਨਾਂ ਨੇ ਇਹ ਕਿਹਾ ਵੀ ਯੂਰਪੀਅਨ ਯੂਨੀਅਨ ਦਾ ਅਪਰੂਵਲ ਹਜੇ ਸਾਨੂੰ ਚਾਹੀਦਾ, ਪਰ ਮੋਸਟ ਪ੍ਰੋਬਬਲੀ ਜਿਹੜੀ ਇਹ ਡੀਲ ਆ ਉਹ ਬਣ ਗਈ ਹੈਗੀ ਆ। ਸੋ ਕਹਿੰਦੇ ਵੀ ਫਸਟ ਗੋਲਫ ਦੈਨ ਟ੍ਰੇਡ ਟਾਕ। ਜੀ, ਅਗਲੀ ਜਿਹੜੀ ਇਸੇ ਦੇ ਨਾਲ ਹੀ ਸੰਬੰਧਿਤ ਗੱਲਬਾਤ ਦੇ ਵਿੱਚ ਜਿਹੜੇ ਫਰਾਂਸ ਦੇ ਪ੍ਰਾਈਮ ਮਿਨਿਸਟਰ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਹੜਾ ਯੂਰਪੀਅਨ ਯੂਨੀਅਨ ਤੇ US ਦੀ ਟ੍ਰੇਡ ਡੀਲ ਹੋਈ ਆ, ਇਹ ਸਬਮਿਸ਼ਨ ਦਾ ਐਕਟ ਆ। ਤੇ ਕਹਿੰਦੇ ਯੂਰਪ ਦੇ ਲਈ ਅੱਜ ਇੱਕ ਡਾਰਕ ਦਿਨ ਹੈਗਾ ਆ, ਡਾਰਕ ਡੇ ਹੈਗਾ ਆ। ਸੋ US ਤੇ ਯੂਰਪੀਅਨ ਯੂਨੀਅਨ ਦੇ ਦਰਮਿਆਨ ਜਿਹੜੀ ਇਹ ਅੱਜ ਟ੍ਰੇਡ ਡੀਲ ਦੀ ਚਰਚਾ ਹੁਣੇ ਹਰਜੋਤ ਸਿੰਘ ਜੀ ਜਿਹੜੀ ਕਰਕੇ ਹਟੇ ਆ, ਉਹਨਾਂ ਦੇ ਪ੍ਰਾਈਮ ਮਿਨਿਸਟਰ ਫਰਾਂਸ ਦੇ ਫਰਾਂਸੀਓਸ ਬੇਰੂ, ਉਹਨਾਂ ਨੇ ਕਿਹਾ ਵੀ ਜਿਹੜੇ ਫਰਾਂਸ ਨੇ ਕਾਲ ਦਿੱਤੀ ਸੀ ਯੂਰਪੀਅਨ ਯੂਨੀਅਨ ਨੂੰ, ਨੈਗੋਸ਼ੀਏਟਰਸ ਨੂੰ, ਵੀ ਆਪਣਾ ਸਟਾਂਸ ਤੁਸੀਂ ਜਿਹੜਾ ਟਫ ਰੱਖਿਓ, ਸਖਤ ਜਿਹੜਾ ਉਹ ਰੱਖਿਓ। ਟਰੰਪ ਜਿਹੜੇ ਆ ਉਹ ਤੁਹਾਨੂੰ ਰੈਸੀਪ੍ਰੋਕਲ ਮੈਜਰ ਦੇ ਨਾਲ ਥ੍ਰੈਟਨ ਜਿਹੜੇ ਉਹ ਕਰਨਗੇ, ਤੇ ਇਹਦੇ ਲਈ ਤਾਂ ਤੁਹਾਨੂੰ ਜਿਹੜਾ ਉਹ ਤਗੜੇ ਜਿਹੜਾ ਉਹ ਹੋਣਾ ਪਊਗਾ। ਸੋ ਜਰਮਨੀ ਤੇ ਇਟਲੀ ਨੂੰ ਵੀ ਉਹਨਾਂ ਨੇ ਇਸੇ ਤਰੀਕੇ ਦੀ ਸਲਾਹ ਜਿਹੜੀ ਉਹ ਦਿੱਤੀ ਸੀਗੀ। ਸੋ ਕਹਿੰਦੇ ਵੀ ਇਹ ਹਾਈ ਲੈਵਲ ਦਾ ਫਰਾਂਸ ਦੇ ਦੁਆਰਾ ਕ੍ਰਿਟਿਸਿਜ਼ਮ ਆਇਆ ਆ। ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਮੈਕਰੋਨ ਆ, ਉਹ ਸਾਇਲੈਂਟ ਨੇ ਜਦੋਂ ਤੋਂ ਡੀਲ ਜਿਹੜੀ ਉਹ ਸਾਈਨ ਹੋਈ ਆ ਟਰੰਪ ਤੇ ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲੇਨ ਦੇ ਦਰਮਿਆਨ। ਸੋ ਇਹ ਹੁਣ ਬਰਲਿਨ ਤੇ ਰੋਮ ਦੇ ਵਿੱਚ ਤੋਂ ਵੀ ਕਹਿੰਦੇ ਆ ਵੀ ਬੜੀਆਂ ਇੱਕ ਹਿਸਾਬ ਦੇ ਨਾਲ ਸੌਫਟ ਜਿਹੜੇ ਰਿਐਕਸ਼ਨ ਆ ਇਸ ਚੀਜ਼ ਨੂੰ ਲੈ ਕੇ ਜਿਹੜੇ ਉਹ ਸਾਹਮਣੇ ਆਏ ਆ। ਇੱਕ ਸਾਰੀ ਪੂਰੇ ਇਸ ਵਰਤਾਰੇ ਦੇ ਵਿੱਚ ਇੱਕ ਚੀਜ਼ ਜਿਹੜੀ ਕਲੀਅਰ ਹੁੰਦੀ ਹੈ ਹਰਜੋਤ ਸਿੰਘ ਜੀ, ਵੀ ਯੂਰਪ ਦੇ ਕੋਲ ਬੜੀ ਕੋਈ ਪਾਵਰ ਨਹੀਂ ਹੈਗੀ, ਚਾਹੇ ਉਹ ਯੂਕਰੇਨ ਵਾਲੇ ਮਾਮਲੇ ਦੇ ਵਿੱਚ ਹੋਵੇ, ਰਸ਼ੀਆ ਵਾਲੇ ਮਾਮਲੇ 'ਚ ਹੋਵੇ, ਜਾਂ ਓਵਰਆਲ ਵੀ ਜਦੋਂ ਕੋਈ ਵੀ ਉਹ ਗੱਲ ਕਹਿੰਦੇ ਆ ਤਾਂ ਲੋਕੀ ਉਸ ਨੂੰ ਅਣਸੁਣੀ ਜੀ ਹੀ ਕਰਕੇ ਅੱਗੇ ਜਿਹੜੇ ਉਹ ਵੱਧਦੇ ਜਾਂਦੇ ਆ। ਤੇ ਹੁਣ ਟਰੰਪ ਹੁਣੀ ਉੱਥੇ ਜਾ ਕੇ ਆ ਕੇ ਉਹਨਾਂ ਨੇ ਇਹ ਚੀਜ਼ ਨੂੰ ਜਿਹੜਾ ਉਹ ਡੀਲ ਬਣਾ ਕੇ ਜਿਹੜਾ ਉਹ ਸਪਸ਼ਟ ਕਰ ਦਿੱਤਾ ਹੈ। ਜੀ ਬਿਲਕੁਲ। ਸੋ ਅੱਜ ਦੀ ਇਹ ਮੇਨ ਖਬਰ ਆ, ਲਗਭਗ ਦੁਨੀਆ ਦੀਆਂ ਸਾਰੀਆਂ ਜਿਹੜੇ ਨਿਊਜ਼ਪੇਪਰਸ ਹੈਗੇ ਉਹਨਾਂ ਦੀਆਂ ਹੈਡਲਾਈਨਸ ਹੈਗੀਆਂ ਆ। ਸੋ ਇਹਦਾ ਜਿਹੜਾ ਫਰੇਮਵਰਕ ਕੀ ਹੋਊਗਾ,
ਇਨਵੈਸਟਰਸ ਤੇ ਕੀ ਅਸਰ ਪਊਗਾ, ਇਹ ਆਉਣ ਵਾਲੇ ਦਿਨਾਂ 'ਚ ਹੋਊਗਾ। ਸੋ 15% ਟੈਰਿਫ ਜਿਹੜਾ ਆ ਯੂਰਪੀਅਨ ਯੂਨੀਅਨ ਦੀਆਂ ਜਿਹੜੀਆਂ ਇੰਪੋਰਟਸ ਆ ਉਹਨਾਂ ਦੇ ਉੱਤੇ ਲੱਗੂਗਾ। ਇਹ ਅੱਜ ਜਿਹੜੀ ਅਨਾਉਂਸਮੈਂਟ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੀਤੀ ਹੈਗੀ ਆ। ਬਾਕੀ ਜਿਹੜੀਆਂ ਡਿਟੇਲਸ ਹੈਗੀਆਂ ਉਹ ਆਉਣ ਵਾਲੇ ਸਮੇਂ 'ਚ ਜ਼ਰੂਰ ਤੁਹਾਨੂੰ ਦੱਸਦੇ ਰਹਾਂਗੇ। $750 ਬਿਲੀਅਨ ਵਰਥ ਆਫ એનર્ਜੀ ਉਹਨੇ ਬਾਈ ਕਰਨੀ ਆ, $600 ਬਿਲੀਅਨ ਇਨਵੈਸਟ ਕਰਨਾ ਹੈਗਾ ਆ। ਤੇ ਜੋ ਵੰਡਰ ਲਿਆਨ ਆ ਉਹਨਾਂ ਨੇ ਪ੍ਰੇਜ਼ ਕੀਤਾ ਹੈਗਾ ਇਸ ਡੀਲ ਦਾ। ਕਹਿੰਦੇ ਵੀ ਇਹ ਬਹੁਤ ਵਧੀਆ ਡੀਲ ਹੈਗੀ ਆ, ਕਿਉਂਕਿ ਸਾਰੇ ਘਬਰਾਏ ਹੋਏ ਸੀ, ਉਹਨਾਂ ਦੀ ਮਾਰਕੀਟ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਸੀਗਾ। ਤੇ ਅਗਲੀ ਖਬਰ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜੋ ਗਾਜ਼ਾ ਦੇ ਵਿੱਚ ਵਾਪਰ ਰਿਹਾ ਹੈਗਾ, ਨੇਤਨਯਾਹੂ ਜੋ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਆ ਉਹ ਕਹਿ ਰਿਹਾ ਵੀ ਨਹੀਂ ਉੱਥੇ ਕੋਈ ਭੁੱਖਮਰੀ ਨਹੀਂ ਹੋ ਰਹੀ ਹੈਗੀ, ਇਹ ਝੂਠ ਦਾ ਪ੍ਰਚਾਰ ਹੋ ਰਿਹਾ। ਪਰ ਅੱਜ ਟਰੰਪ ਹੋਣਾ ਨੇ ਜਦੋਂ ਉਹ ਕੀਅਰ ਸਟੈਮਰ ਨੂੰ ਮਿਲ ਰਹੇ ਸੀ ਯੂਕੇ ਦੇ ਪ੍ਰਾਈਮ ਮਿਨਿਸਟਰ ਨੂੰ, ਉੱਥੇ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਵੀ ਹਾਂ ਮੈਨੂੰ ਪਤਾ ਆ ਵੀ ਉੱਥੇ ਜਿਹੜੀ ਸਟਾਰਵੇਸ਼ਨ ਆ ਉਹ ਚੱਲ ਰਹੀ ਹੈਗੀ ਆ। ਸੋ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜੇ ਉੱਥੇ ਲੋਕ ਹੈਗੇ ਆ ਉਹਨਾਂ ਦੀ ਫੂਡ ਦੇ ਲਈ ਤੇ ਉਹਨਾਂ ਦੇ ਸੇਫਟੀ ਦੇ ਲਈ ਜਿਹੜਾ ਕੰਮ ਕਰਨਾ ਚਾਹੀਦਾ ਹੈਗਾ। ਸੋ ਇਹ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਜੋ ਹੈਗੇ ਆ ਉਹਨਾਂ ਦੇ ਨਾਲ ਇਕੱਠਿਆਂ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਕਿਹਾ। ਜੀ, ਬਿਲਕੁਲ। ਇਸੇ ਦੇ ਵਿੱਚ ਹੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਯੂਰਪ ਦੇ ਦੌਰੇ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਵਾਪਸ ਪਹੁੰਚ ਚੁੱਕੇ ਆ ਏਅਰ ਫੋਰਸ 1 ਦੇ ਉੱਤੇ। ਜਿਹੜੇ ਉਹਨਾਂ ਨੇ ਏਅਰ ਫੋਰਸ 1 ਦੇ ਵਿੱਚ ਜਿਹੜੇ ਉਹ ਆ ਰਹੇ ਸੀਗੇ ਤੇ ਕਹਿੰਦੇ ਵੀ ਸਟੈਮਰ ਤੇ ਜਿਹੜੇ ਟਰੰਪ ਆ ਉਹ ਇਕੱਠੇ ਹੀ ਸੀਗੇ ਜਦ ਏਅਰ ਫੋਰਸ 1 ਦੇ ਉੱਤੇ ਇਹ ਇਕੱਠੇ ਜਿਹੜੇ ਹੁਣ ਸਫ਼ਰ ਕਰਨ ਜਾ ਰਹੇ ਆ। ਸੋ ਮਾਫੀ ਚਾਹੁੰਦਾ ਅਜੇ ਅਮਰੀਕਾ ਨੂੰ ਵਾਪਸ ਨਹੀਂ ਆਏ, ਸੋ ਉੱਥੇ ਨੇ। ਨਾਲ ਹੀ ਉਹਨਾਂ ਨੇ ਰਾਸ਼ਟਰਪਤੀ ਟਰੰਪ ਹੋਣਾ ਨੇ ਡੈਡਲਾਈਨ ਦੇ ਦਿੱਤੀ ਪੁਤਿਨ ਨੂੰ, ਕਹਿੰਦੇ ਵੀ 10 ਜਾਂ 12 ਦਿਨ ਆ ਭਾਈ ਤੇਰੇ ਕੋਲ ਯੂਕਰੇਨ ਦੀ ਡੀਲ ਜਿਹੜੀ ਆ ਉਹ ਤੂੰ ਉਸ ਨੂੰ ਲੈ ਕੇ ਜਿਹੜਾ ਉਹ ਐਗਰੀ ਜਿਹੜਾ ਉਹ ਕਰ ਲਓ। ਤੇ ਕਹਿੰਦੇ ਵੀ ਉਹ ਅਫੀਸ਼ੀਅਲ ਅਨਾਉਂਸਮੈਂਟ ਅੱਜ ਜਾਂ ਭਲਕੇ ਨੂੰ ਜਿਹੜੀ ਉਹ ਕਰਨਗੇ। ਟਰਨਬੈਰੀ ਗੋਲਫ ਕੋਰਸ ਸਕਾਟਲੈਂਡ ਦੇ ਵਿੱਚ ਉੱਥੇ ਮੀਟਿੰਗ ਦੇ ਦੌਰਾਨ ਇਹਨਾਂ ਨੇ ਇਹ ਜਿਹੜੇ ਕਮੈਂਟਸ ਆ ਉਹ ਪੇਸ਼ ਕੀਤੇ। ਨਾਲ ਉਹਨਾਂ ਦੇ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਵੀ ਮੌਜੂਦ ਸੀਗੇ। 2 ਹਫ਼ਤੇ ਪਹਿਲਾਂ ਟਰੰਪ ਹੋਣਾ ਨੇ ਕਿਹਾ ਸੀਗਾ ਰਸ਼ੀਆ ਨੂੰ ਵੀ ਭਾਈ ਤੁਹਾਡੇ ਤੇ ਅਸੀਂ ਟੈਰਿਫ ਤੇ ਟੈਰਿਫ ਲਾ ਛੱਡਣਾ ਆ ਜੇ 50 ਦਿਨਾਂ ਦੇ ਵਿੱਚ ਕੋਈ ਡੀਲ ਨਾ ਜਿਹੜੀ ਉਹ ਬਣਾਈ। ਸੋ 50 ਦਿਨਾਂ ਚੋਂ 14 ਕੁ ਦਿਨ ਲੰਘੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਨਵੀਂ ਡੈਡਲਾਈਨ ਜਿਹੜੀ ਆ ਹੁਣ ਪੁਤਿਨ ਦੇ ਸਾਹਮਣੇ ਰਸ਼ੀਆ ਦੇ ਮੋਹਰੇ ਰਾਸ਼ਟਰਪਤੀ ਟਰੰਪ ਨੇ ਜਿਹੜੀ ਉਹ ਪੇਸ਼ ਕਰ ਦਿੱਤੀ ਆ ਵੀ ਤੁਹਾਨੂੰ 10 ਤੋਂ 12 ਦਿਨ ਦਾ ਜਿਹੜਾ ਵਕਤ ਆ ਉਹ ਦਿੱਤਾ ਜਿਹੜਾ ਉਹ ਜਾ ਰਿਹਾ। ਟਰੰਪ ਹੁਣ ਕਹਿ ਰਹੇ ਆ ਵੀ ਕੋਈ ਰੀਜ਼ਨ ਨਹੀਂ ਹੈਗਾ ਵੇਟ ਕਰਨ ਦੇ ਲਈ ਵੀ ਜਿਹੜੇ ਸੈਂਕਸ਼ਨਸ ਆ ਉਹ ਇੰਪੋਜ਼ ਕੀਤੇ ਜਾਣ ਤੇ ਜਾਂ ਜਿਹੜੀਆਂ ਸੈਕੰਡਰੀ ਟੈਰਿਫਸ ਆ ਉਹ ਵੀ ਜਿਹੜੀਆਂ ਇਹਨਾਂ ਦੇ ਉੱਤੇ ਲਾਈਆਂ ਜਾਣ। ਸੋ ਅੱਜ ਰਾਸ਼ਟਰਪਤੀ ਟਰੰਪ ਸਕਾਟਲੈਂਡ ਦੇ ਜਿਹੜੇ ਫਸਟ ਮਿਨਿਸਟਰ ਜੌਨ ਸਵਿਨੀ ਉਹਨਾਂ ਦੇ ਨਾਲ ਵੀ ਉੱਥੇ ਜਿਹੜੀ ਜਾ ਕੇ ਮੁਲਾਕਾਤ ਜਿਹੜੀ ਉਹ ਕਰਨਗੇ। ਸੋ ਇਹ ਹੁਣ ਦੇਖਦੇ ਆ ਅੱਗੇ ਕਿਸ ਤਰੀਕੇ ਦੇ ਨਾਲ ਇਹ ਗੱਲ ਨੂੰ ਜਿਹੜੀ ਉਹ ਬਣਦੀ ਆ। ਸਕਾਟਲੈਂਡ ਦੇ ਜਿਹੜੇ ਫਸਟ ਮਿਨਿਸਟਰ ਜੌਨ ਸਵਿਨੀ ਆ ਉਹ ਕਹਿੰਦੇ ਵੀ ਜਿਹੜੇ ਯੂਕੇ ਦੇ ਅਗਲੇ ਲੀਡਰ ਹੋਣਗੇ ਜਿਨ੍ਹਾਂ ਨਾਲ ਰਾਸ਼ਟਰਪਤੀ ਟਰੰਪ ਨੇ ਮੁਲਾਕਾਤ ਕਰਨੀ ਆ ਤੇ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਵੈਰੀ ਵੈਲਕਮ ਨੇ ਸਕਾਟਲੈਂਡ ਦੇ ਵਿੱਚ ਤੇ ਉਹਨਾਂ ਨੇ ਡਿਫੈਂਡ ਕੀਤਾ ਲੋਕਾਂ ਦੇ ਪ੍ਰੋਟੈਸਟ ਕਰਨ ਦੇ ਅਖਤਿਆਰ ਨੂੰ ਵੀ। ਉਹ ਕਹਿੰਦੇ ਵੀ ਇਹ ਇੰਪੋਰਟੈਂਟ ਆ ਵੀ ਜੇ ਕੋਈ ਕਿਸੇ ਦੇ ਖਿਲਾਫ ਪ੍ਰੋਟੈਸਟ ਵੀ ਕਰਨਾ ਚਾਹੁੰਦਾ ਹੈ ਤੇ ਸਾਡੇ ਵੱਲੋਂ ਕੋਈ ਅਜਿਹੀ ਜਿਹੜੀ ਉਹ ਰੋਕ ਟੋਕ ਨਹੀਂ ਹੈਗੀ। ਸਵੀਨੀ ਨੇ ਇਸ ਮੌਕੇ ਦੇ ਉੱਤੇ ਗੱਲਬਾਤ ਕਰਦੇ ਹੋਏ ਗਾਜ਼ਾ ਦੇ ਨੂੰ ਵੀ ਲੈ ਕੇ ਵੀ ਜਿਹੜੀ ਚਿੰਤਾ ਹੈ ਉਹ ਪ੍ਰਗਟਾਈ। ਉਹ ਕਹਿੰਦੇ ਵੀ ਕਾਫੀ ਜ਼ਿਆਦਾ ਅਨਈਜ਼ ਲੋਕਾਂ ਦੇ ਵਿੱਚ ਜਿਹੜੀ ਇਸ ਬਾਬਤ ਬਣੀ ਪਈ ਆ ਜੋ ਉੱਥੇ ਸਥਿਤੀ ਜਿਹੜੀ ਹੈ ਇਸ ਟਾਈਮ ਘਟ ਰਹੀ ਹੈਗੀ ਆ। ਸੋ ਕਹਿੰਦੇ ਵੀ ਟਰੰਪ ਹੋਣਾ ਦਾ ਕਾਫੀ ਜ਼ਿਆਦਾ ਇਨਫਲੂਐਂਸ਼ੀਅਲ ਪੋਜੀਸ਼ਨ ਆ ਉੱਥੇ ਤੇ ਉਮੀਦ ਕਰਦੇ ਵੀ ਮਿਡਲ ਈਸਟ ਦੀ ਸਿਚੁਏਸ਼ਨ ਨੂੰ ਉਸ ਨੂੰ ਉਹ ਸੋਲਵ ਕਰ ਸਕਦੇ ਆ। ਲਗਾਤਾਰ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ 'ਚ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਪਹਿਲੀ ਗਾਜ਼ਾ ਦੀ ਖਬਰ ਦੇ ਵਿੱਚ ਦੱਸ ਰਹੇ ਸੀਗੇ ਨੇਤਨਯਾਹੂ ਨੂੰ ਹੁਣ ਇਸ ਚੀਜ਼ ਦੇ ਲਈ ਮੰਨਣਾ ਜਿਹੜਾ ਉਹ ਪੈ ਰਿਹਾ ਆ ਵੀ ਉਹ ਏਅਰ ਡ੍ਰੌਪ ਕਰਨਗੇ ਜਿਹੜੇ ਰਾਹਤ ਜਿਹੜੀ ਉਹ ਸਮੱਗਰੀ। ਫਰਾਂਸ ਨੇ ਪੈਲਸਤੀਨ ਨੂੰ ਮਾਨਤਾ ਜਿਹੜੀ ਉਹ ਦੇਣੀ ਸੀਗੀ ਸੈਕੰਡ ਸਟੇਟ ਦੇ ਜਿਹੜੇ ਉਹ ਤੌਰ ਦੇ
ਉੱਤੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਹੋ ਰਹੀਆਂ। ਸੋ ਜਿਹੜੀ ਮਾਰਜਰੀ ਟੇਲਰ ਗ੍ਰੀਨ ਆ ਉਸਨੇ ਵੀ ਰੀਸੈਂਟਲੀ ਜਿਹੜਾ ਉਹ ਟਵੀਟ ਜਿਹੜਾ ਉਹ ਕੀਤਾ, ਉਹ ਕਹਿੰਦਾ ਵੀ ਨੋ ਡਾਊਟ ਜਿਹੜਾ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ਦੇ ਉਲਟ ਕੀਤਾ ਸੀ ਉਹ ਟੋਟਲੀ ਗਲਤ ਸੀਗਾ। ਉਹ ਜਿਹੜਾ ਹਮਲਾ ਆ ਉਹ ਮਾਫੀ ਕਰਨ ਦੇ ਯੋਗ ਨਹੀਂ ਆ, ਪਰ ਕਹਿੰਦੇ ਵੀ ਅੱਖਾਂ ਅਸੀਂ ਇਹਦੇ ਤੋਂ ਵੀ ਨਹੀਂ ਜਿਹੜੀਆਂ ਉਹ ਮੀਟ ਸਕਦੇ ਜੋ ਇਸ ਟਾਈਮ ਇਜ਼ਰਾਈਲ ਗਾਜ਼ਾ ਦੇ ਵਿੱਚ ਜਿਹੜਾ ਉਹ ਕਰ ਰਿਹਾ ਹੈਗਾ ਆ। ਸੋ ਮਾਗਾ ਬੇਸ ਦੇ ਵਿੱਚ ਵੀ ਇਸ ਟਾਈਮ ਇਜ਼ਰਾਈਲ ਨੂੰ ਜਾਂਦੀ ਰਾਸ਼ੀ ਨੂੰ ਲੈ ਕੇ ਜ਼ਰੂਰ ਜਿਹੜੀ ਆ ਉਹ ਚਰਚਾ ਜਿਹੜੀ ਉਹ ਨਾਲ ਦੇ ਨਾਲ ਚੱਲ ਰਹੀ ਹੈਗੀ ਆ। ਸੋ ਕਈ ਫਰੰਟਸ ਦੇ ਉੱਤੇ ਹਰਜੋਤ ਸਿੰਘ ਜੀ ਮਸਲੇ ਜਿਹੜੇ ਇਸ ਟਾਈਮ ਗੁੰਝਲਦਾਰ ਬਣੇ ਆ। ਸੋ ਦੇਖੋ ਆਉਂਦੇ ਸਮੇਂ 'ਚ ਇਹਨਾਂ ਦੇ ਕੀ ਕੋਈ ਸੋਲੂਸ਼ਨ ਨਿਕਲਦੇ ਆ ਜਾਂ ਇਦਾਂ ਹੀ ਜਿਹੜੇ ਰੇੜ ਕੇ ਅੱਗੇ ਵਧਦੇ ਰਹਿੰਦੇ ਆ। ਜੀ ਅਗਲੀ ਖਬਰ ਵੱਲ ਚਲੀਏ ਤੇ ਥਾਈਲੈਂਡ ਤੇ ਕੰਬੋਡੀਆ ਦੋਨਾਂ ਨੇ ਮੰਨ ਲਿਆ ਹੈ ਵੀ ਸੀਜ਼ ਫਾਇਰ ਹੁਣ ਇਸ ਟਾਈਮ ਸ਼ੁਰੂ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਡੈਡਲੀ ਕਹਿੰਦੇ ਕਲੈਸ਼ਸ ਲੜਾਈਆਂ ਦੋਨਾਂ ਮੁਲਕਾਂ ਦੇ ਵਿੱਚ ਹੋਈਆਂ ਸੀ। ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਅਨਵਰ ਇਬਰਾਹਿਮ ਉਹਨਾਂ ਨੇ ਜਿਹੜੀ ਡੀਲ ਆ ਦੋਨਾਂ ਦੇ ਵਿੱਚ ਬਣਾਈ ਹੈਗੀ ਆ। ਕੰਬੋਡੀਆ ਤੇ ਥਾਈਲੈਂਡ ਦੋਨਾਂ ਮੁਲਕਾਂ ਦੇ ਲੀਡਰ ਪਹੁੰਚੇ ਹੋਏ ਸੀ ਮਲੇਸ਼ੀਆ ਦੇ ਵਿੱਚ, ਤੇ ਉੱਥੇ ਪੁਤਰਾਜਿਆ ਕਰਕੇ ਇੱਕ ਸ਼ਹਿਰ ਆ ਸਾਊਥ ਆਫ ਕੋਲਾਲੰਪੁਰ, ਜਿੱਥੇ ਇਹਨਾਂ ਦੀ ਜਿਹੜੀ ਆ ਆਪਸ ਦੇ ਵਿੱਚ ਗੱਲਬਾਤ ਹੋਈ। ਉੱਥੇ ਮਲੇਸ਼ੀਆ ਦੇ ਵੀ, ਚਾਈਨਾ ਦੇ ਵੀ, ਯੂਐਸ ਦੇ ਵੀ ਰਿਪਰੈਜ਼ੈਂਟੇਟਿਵ ਸੀਗੇ। ਥਾਈਲੈਂਡ ਯੂਐਸਏ ਦੇ ਲਾਗੇ ਆ, ਕੰਬੋਡੀਆ ਚਾਈਨਾ ਦੇ ਲਾਗੇ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਆ ਵੀ ਪਹਿਲਾ ਸਟੈਪ ਇਹ ਆ ਡੀ ਐਸਕਲੇਸ਼ਨ, ਤੇ ਤਾਂ ਕਿ ਪੀਸ ਤੇ ਜਿਹੜੀ ਸਿਕਿਉਰਿਟੀ ਆ ਉਹ ਰੱਖੀ ਜਾ ਸਕੇ। ਥਾਈਲੈਂਡ ਤੇ ਕੰਬੋਡੀਆ ਨੇ ਇਨਫਾਰਮਲ ਮੀਟਿੰਗ ਦੇ ਲਈ ਉਹਨਾਂ ਨੇ ਐਗਰੀ ਕੀਤਾ ਸੀ, ਤੇ ਮਲੇਸ਼ੀਆ ਵਾਲੇ ਜੋ ਉਹਨਾਂ ਦੀ ਐਜ਼ ਚੇਅਰ ਉਹਨਾਂ ਨੇ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ ਦੇ ਅੰਡਰ ਇਹ ਜਿਹੜੀ ਆ ਡੀਲ ਕਰਵਾਈ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਇੱਕ ਸੁਜੈਸ਼ਨ ਦਿੱਤਾ ਸੀ ਭਈ ਜਿਸ ਤਰ੍ਹਾਂ ਮੈਂ ਇੰਡੀਆ ਪਾਕਿਸਤਾਨ ਦੀ ਜੰਗ ਰੁਕਵਾਈ ਆ ਤੇ ਤੁਹਾਨੂੰ ਵੀ ਰੋਕਣੀ ਚਾਹੀਦੀ ਹੈਗੀ ਆ। ਇਹ ਕੋਈ ਫਾਇਦਾ ਨਹੀਂ ਹੈ, ਜੰਗ ਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਜਾਂਦੇ ਆ। ਹੁਣ ਤੱਕ 36 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈਗੀ ਆ। 3 ਲੱਖ ਦੇ ਕਰੀਬ ਲੋਕ ਕੰਬੋਡੀਆ ਤੇ ਜੋ ਇੱਥੇ ਦਾ ਬਾਰਡਰ ਹੈਗਾ ਥਾਈਲੈਂਡ ਦਾ ਉੱਥੋਂ ਭੱਜ ਚੁੱਕੇ ਹੈਗੇ। ਜੀ ਬਿਲਕੁਲ। ਸੋ ਦਰਜਨਾਂ ਹੀ ਲੋਕਾਂ ਦੀ ਜਿਹੜੀ ਇਸ ਦੇ ਵਿੱਚ ਆਲਰੇਡੀ ਮੌਤ ਹੋ ਚੁੱਕੀ ਸੀ। ਸੋ ਇਹ ਜਿਹੜੇ ਮਲੇਸ਼ੀਆ ਵਾਲਿਆਂ ਨੇ ਸਮਝੌਤਾ ਜਿਹੜਾ ਹਰਜੋਤ ਸਿੰਘ ਜੀ ਇਹ ਕਰਾਇਆ, ਤੁਸੀਂ ਦੋਨਾਂ ਲੀਡਰਾਂ ਦੀ ਜਿਹੜੀ ਸ਼ਕਲ ਸੂਰਤ ਜੀ ਜਿਹੜੀ ਉਹ ਤੁਸੀਂ ਦੇਖੋ ਨਾ ਤਾਂ ਇੱਦਾਂ ਲੱਗਦਾ ਇਹ ਰੁੱਸੇ ਜਿਹੇ ਹੈਗੇ। ਓਬਵੀਅਸਲੀ ਹੁਣ ਲੜ ਕੇ ਹਟੇ ਇੱਕ ਦੂਜੇ ਦੇ ਨਾਲ, ਤਾਂ ਸ਼ਕਲ ਤਾਂ ਉਹਨਾਂ ਦੀ ਉਸ ਤਰੀਕੇ ਦੀ ਜਿਹੜੀ ਉਹ ਬਣਨੀ ਸੀਗੀ। ਮਿਲੀਟਰੀਲੀ ਵਾਈਜ਼ ਦੇਖਿਆ ਜਾਵੇ ਤਾਂ ਥਾਈਲੈਂਡ ਕਾਫੀ ਪਾਵਰਫੁਲ ਆ ਕੰਬੋਡੀਆ ਦੇ ਜਿਹੜਾ ਉਹ ਮੁਕਾਬਲੇ। ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਇੱਕ ਜਣਾ ਅਮਰੀਕਾ ਤੇ ਇੱਕ ਜਣਾ ਚਾਈਨਾ ਦੇ ਜਿਹੜੇ ਉਹ ਲਾਗੇ ਆ। ਜੋ ਇਸ ਟਾਈਮ ਦੇਖਿਆ ਜਾਵੇ ਦੁਨੀਆ ਭਰ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਜਿੰਨੇ ਵੀ ਕੌਨਫਲਿਕਟ ਸਾਹਮਣੇ ਹੈਗੇ ਆ, ਇਹ ਦੋ ਜਿਹੜੀਆਂ ਐਕਸਿਸ ਹੈਗੀਆਂ ਪਾਵਰ ਦੀਆਂ, ਇੱਕ ਜਿਹੜੀ ਵੈਸਟਰਨ ਮੁਲਕ ਅਮਰੀਕਾ ਜਿਸ ਨੂੰ ਲੀਡ ਕਰਦਾ ਆ, ਤੇ ਦੂਜੇ ਪਾਸੇ ਜਿਹੜੇ ਅਥੋਰਿਟੇਰੀਅਨਸ ਆ ਜਾਂ ਕਾਮਰੇਡ ਜਿੱਦਾਂ ਕਹਿ ਲਓ ਵੀ ਹੈਗੇ ਨੇ, ਰੂਸ ਵਾਲੇ ਹੋ ਗਏ, ਚੀਨ ਵਾਲੇ ਜਿਹੜੇ ਹੋ ਗਏ, ਇੱਕ ਉਹਨਾਂ ਦੇ ਨਾਲ ਆ। ਆਪਸ ਦੇ ਵਿੱਚ ਜਿੱਥੇ ਵੀ ਗੁੱਥਾ ਹੁੰਦਾ ਇਹ ਵੱਡੀਆਂ ਜਿਹੜੀਆਂ ਸ਼ਕਤੀਆਂ ਆ ਉਹ ਇੱਕ ਨਾ ਇੱਕ ਦੇ ਪਿੱਛੇ ਜਿਹੜੀਆਂ ਉਹ ਪਿੱਠ ਥਾਪੜ ਰਹੀਆਂ ਹੁੰਦੀਆਂ। ਸੋ ਕਈ ਲੋਕ ਜਿਹੜੇ ਇਸ ਨੂੰ ਕਹਿ ਸਕਦੇ ਵੀ ਪ੍ਰੋਕਸੀ ਵਾਰ ਦੇ ਤੌਰ ਦੇ ਉੱਤੇ ਵੀ ਜਿਹੜੇ ਉਹ ਦੇਖਦੇ ਆ। ਬੀਤੇ ਵੀਕਐਂਡ ਦੇ ਉੱਤੇ ਕੰਬੋਡੀਆ ਤੇ ਥਾਈਲੈਂਡ ਵਾਲੇ ਇਹ ਕਹਿ ਰਹੇ ਸੀਗੇ ਵੀ ਅਸੀਂ ਤੀਜੇ ਬੰਦੇ ਨੂੰ ਵਿਚਾਲੇ ਜਿਹੜਾ ਉਹ ਨਹੀਂ ਪਾਉਣਾ, ਅਸੀਂ ਆਪਸ ਦੇ ਵਿੱਚ ਬਾਈਲੈਟਰਲ ਗੱਲਬਾਤ ਕਰਨੀ ਆ। ਸੇਮ ਥਿੰਗ ਜਿੱਦਾਂ ਇੰਡੀਆ ਤੇ ਪਾਕਿਸਤਾਨ ਵਾਲੇ ਹਮੇਸ਼ਾ ਕਹਿੰਦੇ ਆ। ਪਰ 2 ਦਰਜਨ ਤੋਂ ਵੱਧ ਵਾਰ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮੈਂ ਲੜਾਈ ਜਿਹੜੀ ਉਹ ਰੁਕਵਾਈ, ਪਰਮਾਣੂ ਲੜਾਈ ਨੂੰ ਜਿਹੜਾ ਉਹ ਰੁਕਵਾ ਦਿੱਤਾ। ਸੋ ਇਸ ਤਰੀਕੇ ਦੇ ਨਾਲ ਹੁਣ ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜਾ ਆਪਾਂ ਦੇਖਿਆ ਵੀ ਜਿਹੜੀ ਲੜਾਈ ਆ ਉਹ ਇੱਕ ਤੀਜੇ ਮੁਲਕ ਦੀ ਮੀਡੀਏਸ਼ਨ ਤੋਂ ਬਾਅਦ ਦੇ ਵਿੱਚ ਸੁਲਝਾਈ ਗਈ ਹੈਗੀ ਆ। ਓਵਰਆਲ ਇੱਕ ਨਵਾਂ ਟ੍ਰੈਂਡ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਸਾਰੇ ਕੌਨਫਲਿਕਟਸ ਦੇ ਵਿੱਚ ਇਹ ਚੱਲ ਰਿਹਾ ਆ ਵੀ ਦੁਨੀਆ ਦੀਆਂ ਜਿਹੜੀਆਂ ਸੋ ਕਾਲਡ ਦੁਨੀਆ ਵਾਲੀਆਂ ਸੰਸਥਾਵਾਂ, ਚਾਹੇ ਉਹ UN ਆ, ਸਿਕਿਉਰਿਟੀ ਕੌਂਸਲ ਆ, ਜਾਂ ਹੋਰ ਵੀ ਜਿਹੜੀ ਅਲਾਇੰਸਿਸ ਜਿਹੜੇ ਉਹ ਬਣੇ ਆ, ਇਸ ਟਾਈਮ ਤਗੜੇ ਦਾ 27-20 ਜਿਹੜਾ ਉਹ ਚੱਲ ਰਿਹਾ। ਜਿਹੜਾ ਜੀ ਕਰਦਾ ਜਿਹਦੇ ਨਾਲ ਮਰਜ਼ੀ ਪੰਗਾ ਲੈ ਰਿਹਾ, ਉਸ ਨੂੰ ਕੋਈ ਰੋਕਣ ਦੇ ਲਈ, ਟੋਕਣ ਦੇ ਲਈ ਕੋਈ ਜਿਹੜੀ ਉਹ ਕੋਈ ਕਾਰਵਾਈ ਨਹੀਂ। ਹਾਂ, ਆਪਸ 'ਚ ਮੀਡੀਏਸ਼ਨ ਕਰਾਉਣੀ, ਇਹ ਤਾਂ ਚਲੋ ਡਿਪਲੋਮੈਟਿਕਲੀ ਤਾਂ ਚਲੋ ਹਮੇਸ਼ਾ ਹੀ ਇਹ ਚੀਜ਼ਾਂ ਨੂੰ ਡੀ ਐਸਕੇਲੇਟ ਕਰਨ ਦੇ ਲਈ ਇਹ ਚੀਜ਼ਾਂ ਨਾਲ ਦੇ ਨਾਲ ਚੱਲਦੀਆਂ ਆ।
ਪਰ ਜਿਹੜਾ ਵੀ ਤਗੜਾ ਆ ਉਹ ਇਸ ਟਾਈਮ ਜ਼ੋਰ ਲਾ ਕੇ ਜਿਹੜਾ ਉਹ ਦੇਖ ਰਿਹਾ ਆ ਵੀ ਕੀ ਸਿਚੁਏਸ਼ਨ ਜਿਹੜੀ ਉਹ ਬਣਨੀ ਆ। ਉਧਰ ਜਿੱਦਾਂ ਮੈਂ ਹਰਜੋਤ ਸਿੰਘ ਜੀ ਪਹਿਲਾਂ ਵੀ ਆਪਾਂ ਗੱਲ ਕੀਤੀ ਨਾ, ਯੂਕਰੇਨ ਤੇ ਰਸ਼ੀਆ ਦੇ ਬਾਬਤ ਵੀ ਆਪਸ ਦੇ ਵਿੱਚ ਡੀਲ ਬਣਾਉਣ ਨੂੰ 10-15 ਦਿਨ ਦਾ ਵਕਤ ਜਿਹੜਾ ਉਹ ਦੇ ਰਹੇ ਆ। ਰੀਸੈਂਟਲੀ ਟਰਕੀ ਦੇ ਵਿੱਚ ਇਹਨਾਂ ਦੀ ਆਪਸ 'ਚ ਮੁਲਾਕਾਤ ਹੋਈ ਆ, ਜਿੱਥੋਂ ਇਹ ਜਿਹੜਾ ਆ ਅੰਦਾਜ਼ੇ ਲੱਗ ਰਹੇ ਆ, ਪਤਾ ਲੱਗ ਰਹੇ ਆ। ਦੇਖੋ ਕ੍ਰੀਮੀਆ ਰਸ਼ੀਆ ਵਾਲੇ ਲੈ ਗਏ, ਕੋਈ ਉਸ ਨੂੰ ਕੋਈ ਪੁੱਛਗਿੱਛ ਨਹੀਂ, ਰੌਲਾ ਰੱਪਾ ਪੈ ਕੇ ਹਟ ਗਿਆ, ਕਈ ਸਾਲ ਜਿਹੜੇ ਉਸ ਦੇ ਵਿੱਚ ਹੋ ਗਏ, ਹੁਣ ਕ੍ਰੀਮੀਆ ਰਸ਼ੀਆ ਦਾ ਹੀ ਜਿਹੜਾ ਹਿੱਸਾ ਆ। ਪਹਿਲੋਂ ਰਸ਼ੀਆ ਕਹਿੰਦਾ ਸੀਗਾ ਵੀ ਜਿਹੜੇ ਰਸ਼ੀਅਨ ਬੋਲਦੇ ਇਲਾਕੇ ਆ ਯੂਕਰੇਨ ਦੇ, ਜਿਹੜੇ ਉਹਨਾਂ ਦੇ ਬਾਰਡਰ ਦੇ ਨਜ਼ਦੀਕ ਆ, ਉਹਨਾਂ ਲੋਕਾਂ ਦੀ ਸਿਕਿਉਰਿਟੀ ਹੋਣੀ ਚਾਹੀਦੀ। ਹੁਣ ਉਹ ਇਲਾਕਾ ਇਹਨਾਂ ਨੇ ਦੱਬ ਲਿਆ ਰਸ਼ੀਆ ਵਾਲਿਆਂ ਨੇ। ਹੁਣ ਕਹਿੰਦੇ ਜਿਹੜੀ ਟਰਕੀ ਦੇ ਵਿੱਚ ਇਸਤਾਨਬੁਲ 'ਚ ਇਹਨਾਂ ਦੀ ਗੱਲਬਾਤ ਹੋਈ ਆ, ਉਹਦੇ ਵਿੱਚ ਇਹ ਕਹਿ ਰਹੇ ਵੀ ਹੁਣ ਇਹ ਇਲਾਕਾ ਤਾਂ ਬਾਈ ਸਾਡਾ ਹੀ ਆ, ਦੂਜਾ ਜਿਹੜਾ ਅਸੀਂ ਦਰਿਆ ਨਹੀਂ ਪਾਰ ਕਰਕੇ ਉਹਨੇ ਕੀਵ ਤੱਕ ਜਿਹੜਾ ਆ ਉਹ ਅਸੀਂ ਜਿਹੜਾ ਉਹ ਨਹੀਂ ਆਉਂਦੇ। ਸੋ ਹੋ ਸਕਦਾ ਵੀ ਉਸ ਪਾਸੇ ਵੱਲ ਨੂੰ ਜਿਹੜਾ ਉਹ ਸਮਝੌਤਾ ਜਿਹੜਾ ਉਹ ਹੋਵੇ। ਯੂਕਰੇਨ ਨੂੰ ਕਿੰਨਾ ਕੁ ਹੋਰ ਅਸਲਾ ਮਿਲ ਸਕਦਾ ਆ, ਕਿੰਨੀ ਕੁ ਹੋਰ ਰਾਸ਼ੀ ਮਿਲੂਗੀ, ਕੀ ਕੋਈ ਨਵੇਂ ਆਧੁਨਿਕ ਹਥਿਆਰ ਜਿਹੜੇ ਆ ਉਹ ਮਿਲ ਸਕਦੇ ਆ ਉਹਨਾਂ ਨੂੰ ਨਜਿੱਠਣ ਦੇ ਲਈ, ਇਹ ਹੁਣ ਇੱਕ ਯੂਕਰੇਨ ਦੇ ਲਈ ਵੱਡੀ ਜਿਹੜੀ ਚੁਣੌਤੀ ਆ। ਉਹ ਆਪਸ ਦੇ ਵਿੱਚ ਉੱਥੇ ਲੋਕ ਵੀ ਪ੍ਰੋਟੈਸਟ ਕਰਨ ਦੇ ਲਈ ਬਾਹਰ ਆ ਚੁੱਕੇ ਆ ਵੀ ਕਰਪਸ਼ਨ ਨੂੰ ਜਿਹੜਾ ਉਹ ਲੈ ਕੇ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਗੁੱਥਮ ਗੁੱਥਾ ਜਿਹੜਾ ਆ ਹੋ ਰਿਹਾ ਆ। ਕਾਫੀ ਗੁੰਝਲਦਾਰ ਜਿਹੜੀਆਂ ਸਥਿਤੀਆਂ ਆ ਉਹ ਇਸ ਟਾਈਮ ਬਣੀਆਂ ਪਈਆਂ ਨੇ। ਜੀ ਹਰਜੋਤ ਸਿੰਘ ਜੀ। ਅਗਲੀ ਖਬਰ ਵੱਲ ਚਲੀਏ, ਜੋ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਵੀ ਡੈਲਟਾ ਦਾ ਇੱਕ ਪਾਇਲਟ ਅੱਜ ਅਰੈਸਟ ਕੀਤਾ ਗਿਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ। ਆਫੀਸ਼ੀਅਲਸ ਨੇ ਇਹ ਕਿਹਾ ਵੀ ਜਿਹੜਾ ਪਾਇਲਟ ਆ ਇਹ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਜਿਹੜਾ ਆ ਉਹ ਆਪਣੇ ਜਿਹੜਾ ਹੈਗਾ ਉੱਥੇ ਦੇਖ ਰਿਹਾ ਸੀ ਤੇ ਪੜ੍ਹ ਰਿਹਾ ਸੀਗਾ ਕਾਕਪਿਟ ਦੇ ਵਿੱਚ। ਸੋ ਜੀ ਫਲਾਈਟ 2809 ਇਹ ਬੋਇੰਗ 757-300 ਸੈਨ ਫਰਾਂਸਿਸਕੋ ਚ ਜੋ 9:35 ਤੇ ਸੈਚਰਡੇ ਨੂੰ ਜਿਹੜੀ ਪਹੁੰਚੀ ਸੀਗੀ। ਸੈਨ ਫਰਾਂਸਿਸਕੋ ਦੇ ਲਾਗੇ ਫੌਗ ਬਹੁਤ ਸੀ ਉਸ ਟਾਈਮ ਦੇ ਉੱਤੇ ਤੇ ਕਈ ਮਿੰਟ ਫਲਾਈਟ ਡਿਲੇ ਵੀ ਹੋ ਗਈ। ਹੁਣ ਤੁਸੀਂ ਦੇਖੋ ਵੀ ਜੇ ਜਿਹੜਾ ਜਹਾਜ਼ ਦਾ ਪਾਇਲਟ ਇਦਾਂ ਦੇ ਪੁੱਠੇ ਕੰਮ ਕਰਦਾ ਤੇ ਕਿੰਨੇ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹਦੇ ਹੱਥ ਦੇ ਵਿੱਚ ਸੀ। ਤੇ ਕਹਿੰਦੇ ਵੀ ਇੱਕ ਪੈਸੇਂਜਰ ਜੋ ਉਸਨੇ ਸੈਨ ਫਰਾਂਸਿਸਕੋ ਕ੍ਰੋਨਿਕਲ ਨੂੰ ਇਹ ਦੱਸਿਆ ਵੀ ਬਹੁਤ ਸਾਰੇ ਲੋਕ ਉਹਨਾਂ ਦੇ ਬੈਜਸ ਸੀ, ਗਨ ਸੀ ਤੇ ਵੱਖ-ਵੱਖ ਵੈਸਟ ਸੀਗੀਆਂ, ਉਹ ਲੈ ਕੇ ਕਾਕਪਿਟ ਦੇ ਵਿੱਚ ਐਂਟਰ ਹੋਏ ਤੇ ਉੱਥੋਂ ਉਹਨਾਂ ਨੇ ਪਾਇਲਟ ਨੂੰ ਹੈਂਡਕਫ ਕਰਕੇ ਜਿਹੜਾ ਆ ਲਾ ਲਿਆ। ਸੋ 10 ਦੇ ਕਰੀਬ ਜਿਹੜੇ ਆ ਪੁਲਿਸ ਲਾ ਇਨਫੋਰਸਮੈਂਟ ਏਜੰਸੀ ਦੇ ਆਫੀਸਰਸ ਆ ਇਹਦੇ ਵਿੱਚ ਇਨਵੋਲਵ ਸੀਗੇ। ਸੋ ਡੈਲਟਾ ਨੇ ਇਹਦੇ ਸੰਬੰਧ ਦੇ ਵਿੱਚ ਹਜੇ ਤੱਕ ਕੋਈ ਕਮੈਂਟ ਨਹੀਂ ਦਿੱਤਾ, ਪਰ ਇਹ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਵਾਪਰਿਆ। ਜੀ ਬਿਲਕੁਲ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਜਿਹੜੀ ਉਹ ਆਪਾਂ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਿਹੜਾ ਉਹ ਜਾਰੀ ਰਹੇਗਾ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਹੋਰ ਵੀ ਜਿਹੜੀਆਂ ਅਹਿਮ ਖਬਰਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਆ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सब का स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी स्वागत करते हैं ਤੁਹਾਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਅਗਲੀਆਂ ਖਬਰਾਂ ਜੀ ਵੱਲ ਚੱਲੀਏ ਤੇ ਜੀ ਇਮੀਗ੍ਰੇਸ਼ਨ ਨਾਲ ਰਿਲੇਟਡ ਆਪਾਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕਹਿੰਦੇ ਵੀ ਜਿਹੜੇ ਬੱਚੇ ਹੁਣ ਅਮਰੀਕਾ 'ਚ ਪੈਦਾ ਹੋ ਰਹੇ ਆ ਜਨਵਰੀ ਜਿਹੜੀ 2025 ਤੋਂ ਬਾਅਦ ਉਹਨਾਂ ਦਾ ਸਿਟੀਜ਼ਨਸ਼ਿਪ ਨੂੰ ਰੌਲੇ ਨੂੰ ਲੈ ਕੇ USCIS ਕੋਸ਼ਿਸ਼ ਕਰ ਰਹੀ ਆ ਰੀਸਟ੍ਰਿਕਟ ਕਰਨ ਦੇ ਲਈ ਜੋ ਵਰਥ ਰਾਈਟ ਸਿਟੀਜ਼ਨਸ਼ਿਪ ਹੈਗਾ, ਜਿਹਦੇ ਨਾਲ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ H1 ਵੀਜ਼ੇ ਤੇ ਆ ਉਹਨਾਂ ਦਾ ਜਿਹੜੀਆਂ ਫੈਮਲੀਆਂ ਰਿਸਕ 'ਚ ਹੋਣਗੀਆਂ ਜਿਨ੍ਹਾਂ ਦੇ ਬੱਚੇ ਜਨਵਰੀ 2025 ਤੋਂ ਬਾਅਦ ਪੈਦਾ ਹੋਏ ਹੈਗੇ ਆ। US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਨਵਾਂ ਇੱਕ ਪਲਾਨ ਜੋ ਆ ਉਹ ਇੰਪਲੀਮੈਂਟ ਡਰਾਫਟ ਕੀਤਾ ਹੈਗਾ ਆ, ਜਿਹਦੇ ਨਾਲ ਉਹਨਾਂ ਬੱਚਿਆਂ ਨੂੰ ਸਿਟੀਜ਼ਨਸ਼ਿਪ ਜੋ ਅਮਰੀਕਾ ਦੇ ਵਿੱਚ ਜੰਮਦੇ ਆ ਡਿਨਾਈ ਕੀਤੀ ਜਾਊਗੀ, ਜੋ ਟੈਂਪਰੇਰੀ ਵੀਜ਼ਾ ਤੇ ਹੈਗੇ ਆ, H1B ਵੀਜ਼ਾ ਤੇ ਆ, H4 ਤੇ ਆ, F1 ਤੇ ਆ ਜਾਂ B1 ਦੇ ਉੱਤੇ ਹੈਗੇ ਆ। ਜੋ ਇੰਟਰਨੈਸ਼ਨਲ ਸਟੂਡੈਂਟਸ ਆ ਤੇ ਉਹਨਾਂ ਦੇ ਜਿਹੜੇ ਪਰਿਵਾਰ ਆ ਐਜੂਕੇਸ਼ਨ ਪਰਸੂ ਕਰ ਰਹੇ ਆ, ਪ੍ਰੋਫੈਸ਼ਨਲ ਕੈਰੀਅਰ ਆਪਣਾ ਅਮਰੀਕਾ ਦੇ ਵਿੱਚ ਪਰਸੂ ਕਰ ਰਹੇ ਆ, ਖਾਸ ਕਰਕੇ ਜਿਹੜੇ H1 ਵਾਲੇ ਉਹ ਤਾਂ ਕਿੰਨੇ ਸਾਲ ਸਿਟੀਜ਼ਨ ਹੀ ਨਹੀਂ ਬਣ ਸਕਦੇ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਬਣੂਗਾ। ਇਹ ਆਪਾਂ ਪਿਛਲੇ ਸਮੇਂ 'ਚ ਵੀ ਤੁਹਾਡੇ ਨਾਲ ਡਿਸਕਸ ਕਰਦੇ ਆਏ ਹੈਗੇ ਆ। ਸਟੂਡੈਂਟਸ ਨੂੰ ਤੇ H1B ਵੀਜ਼ਾ ਕੋਈ OPT ਦੇ ਉੱਤੇ ਹੈਗੇ ਆ, F1 ਵੀਜ਼ਾ ਦੇ ਉੱਤੇ ਇਹ ਸਾਰਿਆਂ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ। ਸੋ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਇੱਥੇ ਵਰਥ ਟੂਰਿਜ਼ਮ ਬਹੁਤ ਚੱਲਦਾ ਸੀ, ਉਹ ਮਿਸਯੂਜ਼ ਹੁੰਦਾ ਸੀ। ਬਹੁਤ ਸਾਰੇ ਚਾਈਨਾ ਤੋਂ ਹੋਰ ਮੁਲਕਾਂ ਤੋਂ ਲੋਕ ਆ ਜਾਂਦੇ ਸੀ ਇੱਥੇ ਨਿਆਣੇ ਜਮਾਣ, ਤੇ ਨਿਆਣੇ ਜਦੋਂ ਜੰਮ ਗਏ ਤੇ ਉਹ ਆਟੋਮੈਟਿਕਲੀ ਸਿਟੀਜ਼ਨ ਬਣ ਗਏ ਤੇ ਫਿਰ ਉਹਨਾਂ ਦੇ ਸਾਰੇ ਜਿਹੜੇ ਬੈਨੀਫਿਟ ਵਗੈਰਾ ਸ਼ੁਰੂ ਹੋ ਜਾਂਦੇ ਜਾਂ ਮੁੜ ਕੇ ਉਹ ਵਾਪਸ ਚਲ ਜਾਂਦੇ ਆ ਤੇ ਉਹਨਾਂ ਨੂੰ ਪਤਾ ਵੀ 21 ਸਾਲਾਂ ਦਾ ਜਦੋਂ ਬੱਚਾ ਹੋਇਆ ਫਿਰ ਪੂਰੇ ਪਰਿਵਾਰ ਨੂੰ ਜਿਹੜਾ ਆ ਉਹ ਸੱਦ ਸਕਦਾ ਹੈਗਾ। ਬਹੁਤ ਸਾਰੇ ਜਿਹੜੇ ਲਾ ਅਵਾਈਡਿੰਗ ਸਟੂਡੈਂਟਸ ਆ ਜਿਹੜੇ ਲੀਗਲੀ ਅਮਰੀਕਾ 'ਚ ਆਏ ਆ, ਲੀਗਲੀ H1 ਵੀਜ਼ੇ ਤੇ ਆਏ ਆ, ਉਹ ਬਹੁਤ ਕੁਛ ਕੰਟਰੀਬਿਊਟ ਕਰਦੇ ਆ ਅਮਰੀਕਾ ਨੂੰ, ਚਾਹੇ ਉਹ ਅਕੈਡਮਿਕਸ ਨੂੰ ਲੈ ਕੇ ਹੋਵੇ, ਇਕੋਸਿਸਟਮ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ। ਪਰ ਇਸ ਚੱਕਰ ਦੇ ਵਿੱਚ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਉਹ ਜਿਹੜੇ ਇਮੀਗ੍ਰੈਂਟ ਆ ਰਹੇ ਉਹਨਾਂ ਨੂੰ ਵੀ ਆ ਸਕਦੀ ਆ ਤੇ ਅਮਰੀਕਾ ਦੇ ਲਈ ਵੀ ਇਹ ਜਿਹੜੀ ਪ੍ਰੋਬਲਮ ਹੋਊਗੀ, ਕਿਉਂਕਿ ਫਿਰ ਉਹੀ ਜਿਹੜੇ ਟੈਕਨੀਕਲ ਪਰਸਨ ਆ ਜਾਂ ਹਾਈਲੀ ਪ੍ਰੋਫੈਸ਼ਨਲ ਹੈਗੇ ਆ ਉਹ ਕੋਸ਼ਿਸ਼ ਕਰੂਗੇ ਵੀ ਆਪਾਂ ਹੋਰ ਕਿਸੇ ਮੁਲਕ ਦੇ ਵਿੱਚ ਚਲੇ ਜਾਈਏ। ਜੀ ਇਮੀਗ੍ਰੇਸ਼ਨ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਗੱਲ ਦੇ ਵਿੱਚ USCIS ਦੇ ਜਿਹੜੇ ਡਾਇਰੈਕਟਰ ਆ ਨਵੇਂ, ਉਹਨਾਂ ਨੇ ਨਿਊਯਾਰਕ ਟਾਈਮਜ਼ ਨਾਲ ਇੱਕ ਇੰਟਰਵਿਊ ਦੇ ਦਰਮਿਆਨ ਇਹ ਗੱਲ ਜਿਹੜੀ ਉਹ ਦੱਸੀ ਹੈ। ਕਹਿੰਦੇ ਵੀ ਉਹ ਪਲਾਨ ਚੇਂਜ ਕਰ ਰਹੇ ਨੇ। ਸਕਿਲਡ ਵਰਕਰ ਵੀਜ਼ਾ ਜਿੱਦਾਂ ਤੁਸੀਂ H1 ਦਾ ਜਿਹੜਾ ਜਿਸ ਦੇ ਵਿੱਚ ਜ਼ਿਕਰ ਕੀਤਾ, L1 ਦਾ ਜਿਹੜਾ ਉਹ ਜ਼ਿਕਰ ਕੀਤਾ ਉਹਦੇ ਅੰਡਰ ਉਹ ਆ ਜਾਂਦਾ, ਤੇ ਜਿਹੜੇ ਸਿਟੀਜ਼ਨਸ਼ਿਪ ਟੈਸਟ ਆ ਉਸ ਨੂੰ ਜਿਹੜਾ ਉਹ ਲੈ ਕੇ ਵੀ USCIS ਦੇ ਜਿਹੜੇ ਨਵੇਂ ਡਾਇਰੈਕਟਰ ਇਸ ਮੌਕੇ ਇਹ ਮੰਨਦੇ ਆ ਵੀ US ਦਾ ਸਿਟੀਜ਼ਨ ਬਣਨਾ ਇਸ ਟਾਈਮ ਸੌਖਾ ਹੀ ਬਹੁਤ ਜ਼ਿਆਦਾ ਬਣਾਇਆ ਪਿਆ ਆ। ਉਹ ਕਹਿੰਦੇ ਵੀ ਇਸ ਟਰੰਪ ਐਡਮਿਨਿਸਟ੍ਰੇਸ਼ਨ ਪਲਾਨ ਕਰ ਰਿਹਾ ਵੀ ਜਿਹੜੇ ਵੀਜ਼ਾ ਸਿਸਟਮਸ ਆ ਸਕਿਲਡ ਫੋਰਨ ਵਰਕਰਸ ਦੇ ਲਈ, ਜਿਹੜੀ ਇਸ ਟਾਈਮ H1B ਦਾ ਜਿਹੜਾ ਇਸ ਟਾਈਮ ਪੂਰਾ ਵਿਵਾਦ ਜਾਂ ਕਹਿ ਲਓ ਵੀ ਸੁਰਖੀਆਂ ਦੇ ਵਿੱਚ ਆਇਆ ਪਿਆ ਆ, ਡਿਸਪਿਊਟ ਇਸ ਟਾਈਮ ਬਣਿਆ ਪਿਆ ਇਮੀਗ੍ਰੇਸ਼ਨ ਹਾਰਡਲਾਈਨਰਸ ਤੇ ਟੈਕ ਇੰਡਸਟਰੀ ਦੇ ਲੀਡਰਸ ਦੇ ਦਰਮਿਆਨ, ਉਹ ਕਹਿੰਦੇ ਵੀ ਅਸੀਂ ਉਸ ਦੇ ਵਿੱਚ ਚੇਂਜ ਕਰਾਂਗੇ। ਜੋਸਫ ਐਡਲੋ ਉਹਨਾਂ ਨੇ ਇੰਟਰਵਿਊ ਕੀਤੀ ਹੈ ਨਿਊਯਾਰਕ ਟਾਈਮਜ਼ ਦੇ ਨਾਲ, ਇਹ ਡਾਇਰੈਕਟਰ ਨੇ USCIS ਦੇ, ਤੇ ਨਾਲ ਹੀ ਉਹਨਾਂ ਨੇ ਇਹ ਵੀ ਜਿਹੜਾ ਉਹ ਦੱਸ ਦਿੱਤਾ ਵੀ ਜਿਹੜਾ ਸਿਟੀਜ਼ਨਸ਼ਿਪ ਦਾ ਟੈਸਟ ਹੁੰਦਾ ਹੈ ਉਹ ਬਹੁਤ ਈਜ਼ੀ ਆ ਤੇ ਉਸ ਨੂੰ ਚੇਂਜ ਕਰਨਾ ਚਾਹੀਦਾ ਆ। ਕਹਿੰਦੇ ਜਿਹੜੇ ਜੋਸਫ ਐਡਲੋ ਆ ਉਹ ਕਹਿੰਦੇ ਵੀ ਜਿਹੜਾ ਟੈਸਟ ਇਸ ਮੌਕੇ ਲੇਡ ਆਊਟ ਕੀਤਾ ਗਿਆ ਹੈ ਰਾਈਟ ਨਾਓ, it's not very difficult. It's very easy to kind of memorize the answer. I don't think we really comporting with the spirit of the law. ਕਹਿੰਦੇ ਵੀ ਜੋ ਕਾਨੂੰਨ ਦੀ ਭਾਵਨਾ ਆ ਉਸ ਦੇ ਨਾਲ ਆਪਾਂ ਕੰਮ ਨਹੀਂ ਚੱਲ ਰਹੇ, ਤੇ ਕਹਿੰਦੇ ਵੀ ਰੱਟਾ ਮਾਰ ਕੇ ਬੇਸਿਕਲੀ ਯਾਦ ਕਰਕੇ ਲੋਕ ਉਹ ਆਨਸਰ ਆ ਜਾਂਦੇ ਆ ਤੇ ਉਹ ਕੰਮ ਬਹੁਤ ਜ਼ਿਆਦਾ ਸੌਖਾ ਜਿਹੜਾ ਉਹ ਬਣਿਆ ਪਿਆ ਆ। ਸੋ ਮਿਸਟਰ ਐਡਲੋ ਇਸ ਟਾਈਮ USCIS ਜੋ ਇਮੀਗ੍ਰੇਸ਼ਨ ਦਾ ਇਸ ਟਾਈਮ ਪੂਰਾ ਕੁਝ ਚੱਲ ਰਿਹਾ ਹੈ ਉਸ ਦੇ ਸੈਂਟਰ ਦੇ ਵਿੱਚ ਉਹਨਾਂ ਦੀ ਇਹ ਏਜੰਸੀ ਆਉਂਦੀ ਆ। ਦਿਲ ਇਸ ਟਾਈਮ ਕਹਿ ਸਕਦੇ ਆ ਵੀ ਇਮੀਗ੍ਰੇਸ਼ਨ ਦੇ ਵਿਵਾਦ ਦਾ ਜਿਹੜਾ ਉੱਥੇ ਬਣਿਆ ਪਿਆ ਹੈਗਾ ਆ।
ਕਹਿੰਦੇ ਵੀ ਆਪਰੇਟ ਹੋਊਗੀ ਰਾਸ਼ਟਰਪਤੀ ਟਰੰਪ ਦੇ ਜਿਹੜੇ ਦੂਜੇ ਸੈਕਿੰਡ ਟਰਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਸਵੀਪਿੰਗ ਕ੍ਰੈਕਡਾਊਨ ਕੀਤਾ ਆ, ਮਾਸ ਡੈਪੋਟੇਸ਼ਨ ਕੈਂਪੇਨ ਜਿਹੜਾ ਉਹ ਚਲਾਇਆ ਪਿਆ ਆ, ਉਸ ਦੇ ਵਿੱਚ ਆਪਾਂ ਜਿਹੜੇ ਚੇਂਜਸ ਆ ਉਹ ਦੇਖਾਂਗੇ। H1B ਵੀਜ਼ਾ ਪ੍ਰੋਗਰਾਮ ਜਿਹੜੇ ਫੋਰਨ ਵਰਕਰਸ ਦੇ ਲਈ ਹੁੰਦਾ ਆ, ਕਹਿੰਦੇ ਵੀ ਉਹਦੇ ਉੱਤੇ ਜਿਹੜਾ ਡਿਬੇਟ ਇਸ ਟਾਈਮ ਹੋ ਰਿਹਾ ਆ ਰਿਪਬਲਿਕਨ ਪਾਰਟੀ ਦੇ ਵਿਚਾਲੇ ਹੀ, ਉਹ ਕਹਿੰਦੇ ਵੀ ਮੈਂ ਫੇਵਰ ਇਹ ਕਰ ਰਿਹਾ ਆ ਵੀ ਜਿਹੜੀਆਂ ਕੰਪਨੀਜ਼ ਆ ਜਿਹੜੀਆਂ ਪਲਾਨ ਕਰਦੀਆਂ ਆ ਫੋਰਨ ਵਰਕਰਸ ਨੂੰ ਹਾਇਰ ਵੇਜਿਸ ਦੇ ਲਈ, ਉਸ ਦੇ ਵੱਲ ਨੂੰ ਜਿਹੜਾ ਜਾਇਆ ਜਾਵੇ। ਸੋ ਦੱਬੇ ਸੁਰਾਂ ਦੇ ਵਿੱਚ ਇਹ ਚਰਚਾ ਜਿਹੜੀ ਚੱਲ ਰਹੀ ਸੀ ਵੀ ਜਿਹੜਾ ਹੁਣ H1B ਵਾਲੇ ਵੀਜ਼ੇ ਆ, ਉਹ ਮੇ ਵੀ 2 ਲੱਖ 3 ਲੱਖ ਇਸ ਤੋਂ ਵੱਧ ਤਨਖਾਹ ਵਾਲੇ ਲੋਕਾਂ ਦਾ ਹੀ ਜਿਹੜਾ ਆ ਉਹ ਅਪਰੂਵ ਕੀਤਾ ਜਾਵੇ। ਜਿਹੜੀ ਘੱਟ ਤਨਖਾਹ ਵਾਲਿਆਂ ਦੇ ਲਈ H1B ਬੰਦ ਜਿਹੜਾ ਉਹ ਕਰ ਦੇਣਾ ਚਾਹੀਦਾ ਆ। ਸੋ ਇਹ ਅੰਦਰ ਖਾਤੇ ਜਿਹੜੇ ਰਿਪਬਲਿਕਨ ਦੇ ਬੇਸ ਦੇ ਵਿੱਚ ਖਾਸ ਕਰਕੇ ਜਿੱਦਾਂ ਆਪਾਂ ਰੀਸੈਂਟਲੀ ਪਿਛਲੇ ਵੀਕ 'ਚ ਦੇਖਿਆ, JD ਵੈਂਸ ਜਿਹੜੇ ਉਪ ਰਾਸ਼ਟਰਪਤੀ ਆ, ਉਹਨਾਂ ਨੇ ਮਾਈਕਰੋਸਾਫਟ ਦੇ ਉੱਤੇ ਨਿਸ਼ਾਨਾ ਸਾਧਿਆ ਸੀਗਾ ਵੀ ਕਹਿੰਦੇ ਵੀ ਤੁਸੀਂ ਹਜ਼ਾਰਾਂ ਹੀ ਅਮਰੀਕਨ ਵਰਕਰਸ ਨੂੰ ਕੱਢ ਕੇ H1B ਜਿਹੜੇ ਉਹ ਅਪਲਾਈ ਕਰ ਰਹੇ ਹੋ ਲੋਕਾਂ ਦੇ, ਇਹ ਕਿੱਥੋਂ ਦੇ ਦਾ ਜਿਹੜਾ ਉਹ ਨਿਆਂ ਹੈਗਾ ਆ। ਸੋ ਇਸ ਟਾਈਮ H1B ਦਾ ਜਿਹੜਾ ਰੌਲਾ ਰੱਪਾ ਸਿਟੀਜ਼ਨਸ਼ਿਪ ਟੈਸਟ ਨੂੰ ਲੈ ਕੇ ਜਿਹੜੇ ਚੇਂਜਸ ਆ ਉਹ ਇਸ ਟਾਈਮ ਆ ਸਕਦੇ ਨੇ। ਸੋ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਹਰਜੋਤ ਸਿੰਘ ਜੀ ਇਕੱਲਾ ਇਹੀ ਨਹੀਂ ਵੀ ਫੜੋ ਫੜਾਈ ਜਿਹੜੀ ਆ ਸੜਕਾਂ ਤੇ ਜਿਹੜੀ ਉਹ ਚੱਲਣੀ ਆ, ਇਸ ਤਰੀਕੇ ਦੇ ਨਾਲ ਜਿਹੜੇ ਲੀਗਲ ਵੇ ਵੀ ਸੀਗੇ ਇੱਥੇ ਪੱਕੇ ਹੋਣ ਦੇ, ਸਿਟੀਜ਼ਨ ਬਣਨ ਦੇ, ਇੱਥੇ ਆਉਣ ਦੇ ਲਈ, ਉਹਨੂੰ ਵੀ ਹੋਰ ਔਖਿਆਂ ਕੀਤਾ ਜਾ ਰਿਹਾ ਹੈਗਾ। ਇਮੀਗ੍ਰੇਸ਼ਨ ਨਾਲ ਰਿਲੇਟਡ ਜੇ ਖਬਰ ਸਾਂਝੀ ਕਰਦੇ ਜੀ, ਖਾਸ ਕਰਕੇ ਫਾਰਮਰਸ ਲਈ USA ਟੁਡੇ ਨੇ ਅੱਜ ਕਾਫੀ ਵੱਡੀ ਰਿਪੋਰਟ ਛਾਪੀ ਆ ਕਿਸਾਨਾਂ ਦੇ ਜੋ ਕੰਸਰਨ ਹੈਗੇ ਆ। ਕਹਿੰਦੇ ਵੀ ਫਾਰਮਰਸ ਇਸ ਵੇਲੇ ਬਹੁਤ ਬੁਰੀ ਪੋਜੀਸ਼ਨ ਦੇ ਵਿੱਚ ਆ। ਜੋ ਲੀਗਲ ਲੋਕ ਨਹੀਂ ਹੈਗੇ ਇੱਥੇ ਕੰਮ ਪਹਿਲਾਂ ਕੰਮ ਕਰਦੇ ਸੀ ਖੇਤੀਬਾੜੀ ਦੇ ਵਿੱਚ, ਉਹ ਆ ਨਹੀਂ ਰਹੇ ਹੈਗੇ, ਜਾਂ ਉਹ ਕਈ ਵਾਪਸ ਆਪਣੇ ਮੁਲਕਾਂ ਨੂੰ ਚਲੇ ਗਏ ਆ, ਤੇ ਜਾਂ ਉਹ ਘਰਾਂ ਦੇ ਵਿੱਚ ਹੀ ਰਹਿ ਰਹੇ ਹੈਗੇ ਆ। ਕੈਂਡੀਸ ਲਾਲ ਕਰਕੇ ਇੱਕ ਚੈਰੀ ਹਾਰਵੈਸਟ ਕਰਦੀ ਆ ਈਸਟਰਨ ਵਾਸ਼ਿੰਗਟਨ ਦੇ ਵਿੱਚ। ਹੁਣ ਜਿਹੜੀਆਂ ਚੈਰੀਜ਼ ਦੇ ਜਿਹੜੇ ਫਾਰਮ ਆ, ਉਹ ਕਹਿੰਦੇ ਵੀ ਇਹ ਤਾਂ ਹੱਥਾਂ ਨਾਲ ਹੀ ਚੱਕਣਾ ਪੈਣਾ ਹੈਗਾ, ਇਹ ਮਸ਼ੀਨਾਂ ਨਹੀਂ ਤੋੜ ਸਕਦੇ। ਕੋਲੰਬੀਆ ਰਿਵਰ ਦੇ ਲਾਗੇ ਛਾਗੇ ਬਹੁਤ ਬੜੇ ਉਹਨਾਂ ਦੇ ਜਿਹੜੇ ਫਾਰਮ ਹੈਗੇ ਆ, ਛੋਟਾ ਜਿਹਾ ਟਾਊਨ ਆ 3300 ਲੋਕਾਂ ਦਾ ਮਟਾਵਾ, ਤੇ ਕਹਿੰਦੀ ਵੀ ਮੈਜੋਰਟੀ ਨਹੀਂ 80-90% ਜਿਹੜੇ ਸਾਡੇ ਵਰਕਰਸ ਆ ਉਹ ਹਿਸਪੈਨਿਕ ਮੂਲ ਦੇ ਹੈਗੇ ਆ। ਤੇ ਕਹਿੰਦੀ ਵੀ ਇੱਕ ਟਾਈਮ ਤੇ ਸਾਡੇ ਕੋਲ 100 ਸੀ, ਹੁਣ ਇਸ ਟਾਈਮ 30 ਵੀ ਹੈ ਨਹੀਂ ਹੈਗੇ, 30 ਤੋਂ ਵੀ ਘੱਟ ਹੈਗੇ ਆ, ਤੇ ਸਾਨੂੰ ਉਹ ਵੀ ਨਹੀਂ ਪਤਾ ਵੀ ਉਹ ਕਿਹੜੇ ਵੇਲੇ ਜਿਹੜੇ ਭੱਜ ਜਾਣਾ ਹੈਗਾ ਉਹਨਾਂ ਨੇ। ਸੋ ਸਾਡੇ ਕੋਲ ਕਹਿੰਦੀ ਚੁਆਇਸ ਕੋਈ ਨਹੀਂ ਹੈਗੀ, ਸੋ ਕੋਈ ਫਸਲ ਤੋੜਨ ਦੇ ਲਈ ਕਾਮਯਾਬ ਨਹੀਂ ਹੋਊਗਾ। ਬਹੁਤ ਸਾਰੇ ਜਿਹੜੇ ਲੋਕ ਆ ਉਹ ਹਾਲਾਂਕਿ ਲੋਕਾਂ ਦਾ ਹੁਣ ਟ੍ਰੈਂਡ ਜਿਹੜਾ ਆ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਚੇਂਜ ਹੋ ਰਿਹਾ। ਪਿਛਲੇ ਕੁਝ ਮਹੀਨਿਆਂ 'ਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਕਾਫੀ ਗੁੱਡ ਅਪਰੂਵਲ ਮਿਲ ਰਹੀ ਸੀ ਇਮੀਗ੍ਰੇਸ਼ਨ ਕ੍ਰੈਕਡਾਊਨ ਤੇ। ਜਿਹੜਾ ਬਾਰਡਰ ਸੀਲ ਹੋ ਗਿਆ ਉਹ ਬਹੁਤ ਵਧੀਆ ਹੋਇਆ, ਸਾਰੇ ਲੋਕ ਖੁਸ਼ ਹੈਗੇ ਆ। ਕ੍ਰਿਮੀਨਲ ਨੂੰ ਫੜ ਕੇ ਜਿਹੜਾ ਡਿਪੋਰਟ ਕੀਤਾ ਜਾ ਰਿਹਾ ਉਹ ਵੀ ਬਹੁਤ ਖੁਸ਼ ਆ। ਪਰ ਹੁਣ ਜਿਹੜੇ ਆਮ ਲੋਕ ਆ ਜਿਹੜੇ ਹੋਮ ਡੀਪੂ ਤੇ ਵਿਚਾਰੇ ਖੜਦੇ ਆ ਕੰਮ ਕਰਨ ਲਈ, ਜਾਂ ਖੇਤਾਂ 'ਚ ਕੰਮ ਕਰਦੇ ਆ, ਉਹਨਾਂ ਕਰਕੇ ਹੁਣ ਜਿਹੜੀ ਅਪਰੂਵਲ ਆ ਉਹ ਘਟਣੀ ਸ਼ੁਰੂ ਹੋ ਗਈ ਹੈਗੀ ਆ। 26 ਲੱਖ ਲੋਕ US ਦੇ ਫਾਰਮਸ ਵਿੱਚ ਕੰਮ ਕਰਦੇ ਆ। ਬਹੁਤ ਵਾਰ ਸਾਡੇ ਵੀ ਕਮੈਂਟ ਪਾ ਜਾਂਦੇ ਵੀ ਜੀ ਇਲੀਗਲ ਆ, ਇਹਨਾਂ ਨੂੰ ਡਿਪੋਰਟ ਕਰਨਾ ਚਾਹੀਦਾ। ਆ ਫਿਗਰ ਜਰਾ ਧਿਆਨ ਨਾਲ ਸੁਣਿਓ, US ਟੁਡੇ ਦੇ ਆ, ਆਪਾਂ ਆਪਣੇ ਕੋਲੋਂ ਨਹੀਂ ਦੱਸ ਰਹੇ। 2.6 ਮਿਲੀਅਨ ਲੋਕ US ਫਾਰਮਸ ਵਿੱਚ ਕੰਮ ਕਰਦੇ ਆ। 42% ਕਹਿੰਦੇ ਉਹਨਾਂ ਕੋਲ ਲੀਗਲ ਸਟੇਟਸ ਨਹੀਂ ਹੈ। ਇਹ ਜਿਹੜਾ ਡਿਪਾਰਟਮੈਂਟ ਆਫ ਐਗਰੀਕਲਚਰ ਦੱਸ ਰਿਹਾ, ਡਿਪਾਰਟਮੈਂਟ ਆਫ ਐਗਰੀਕਲਚਰ ਇਹ ਗਵਰਨਮੈਂਟ ਦੇ ਫਿਗਰ ਆ। ਜਿਹੜੇ ਗਵਰਨਮੈਂਟ ਦੇ ਫਿਗਰ ਨਹੀਂ ਹੋਣੇ ਉਹ ਤਾਂ ਮੈਨੂੰ ਲੱਗਦਾ ਸ਼ਾਇਦ 60-70% ਜਾਂ ਜ਼ਿਆਦਾ ਹੀ ਹੋਣ। ਸੋ ਫਾਰਮਰਸ ਕਹਿੰਦੇ ਆ ਵੀ ਜਿਹੜੇ ਇੱਥੇ ਦੇ ਬੋਰਨ ਆ ਉਹ ਤਾਂ ਕੰਮ ਕਰਕੇ ਰਾਜੀ ਨਹੀਂ ਹੈ। ਉਹ ਤਾਂ ਨਾ ਤਾਂ ਟੈਂਡ ਕਾਊਜ਼, ਨਾ ਤਾਂ ਉਹ ਕਹਿੰਦਾ ਗਾਈਆਂ ਨੂੰ ਸੰਭਾਲ ਸਕਦੇ ਆ, ਨਾ ਹੀ ਕੋਈ ਫਰੂਟ ਜਿਹੜਾ ਚੱਕ ਸਕਦੇ ਹੈਗੇ ਆ। ਸੋ ਫਿਰ ਇੱਥੇ ਬਣੂਗਾ ਕੀ? ਅਲਟੀਮੇਟਲੀ ਕੀ ਹੋਊਗਾ ਵੀ ਬਹੁਤ ਜ਼ਿਆਦਾ ਜਿਹੜਾ ਫਰੂਟ ਆ, ਸਬਜ਼ੀਆਂ ਉਹ ਮਹਿੰਗੀਆਂ ਹੋ ਜਾਊਗੀਆਂ, ਦੁੱਧ ਵੀ ਮਹਿੰਗਾ ਹੋਊਗਾ। ਸੋ ਜਿਹੜੇ ਫਾਰਮਰਸ ਆ ਉਹ ਕਹਿੰਦੇ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਤਾਂ ਟਰੰਪ ਉਹਨਾਂ ਦੀ ਸਪੋਰਟ ਕੀਤੀ ਆ। ਈਵਨ ਇਹ ਜਿਸ ਬੀਬੀ ਦੀ ਜਿਹੜੀ ਸਟੋਰੀ ਵੀ ਆ, ਉਹ ਕਹਿੰਦੀ ਮੈਂ ਤਾਂ ਟਰੰਪ ਦੀ ਬਹੁਤ ਤਗੜੀ ਸਪੋਰਟਰ ਹੈਗੀ ਆ। ਤੇ ਪਰ ਜੋ ਨਵੇਂ ਪੋਲ ਆਏ ਆ, ਗੈਲਪ ਪੋਲ ਦੇ ਮੁਤਾਬਕ 79% ਅਮਰੀਕਨ ਅਡਲਟ ਇਹ ਕਹਿ ਰਹੇ ਆ ਵੀ ਜਿਹੜੀ ਇਮੀਗ੍ਰੇਸ਼ਨ ਆ ਮੁਲਕ ਦੇ ਲਈ ਗੁੱਡ ਹੈਗੀ ਆ, ਤੇ 35% ਇਸ ਵੇਲੇ ਟਰੰਪ ਹੋਣਾ ਦਾ ਅਪਰੂਵਲ ਆ ਵੀ ਉਹ ਕਿਸ ਤਰ੍ਹਾਂ ਇਮੀਗ੍ਰੇਸ਼ਨ ਨੂੰ ਹੈਂਡਲ ਕਰ ਰਹੇ ਆ। ਜਿਹੜੇ ਜੀ ਨਵੇਂ ਇਮੀਗ੍ਰੈਂਟ ਆਉਂਦੇ ਆ, ਆਪਾਂ ਨੂੰ ਪਤਾ ਹੈ ਪ੍ਰਾਪਰਟੀ ਵੀ ਖਰੀਦਦੇ ਆ, ਘਰ ਖਰੀਦਦੇ ਆ, ਕੰਮ ਕਰਦੇ ਆ। ਆਫ ਕੋਰਸ ਉਹਨਾਂ 'ਚ ਕੋਈ ਗਲਤ ਵੀ ਹੁੰਦੇ ਆ, ਉਹਨਾਂ ਨੂੰ ਸਾਰੇ ਕਹਿੰਦੇ ਆ ਵੀ ਉਹ ਜਿਹੜੇ
ਕ੍ਰਿਮੀਨਲ ਆ ਉਹਨਾਂ ਨੂੰ ਜਿਹੜਾ ਡਿਪੋਰਟ ਕੀਤਾ ਜਾਣਾ ਚਾਹੀਦਾ ਹੈਗਾ। ਮੈਨੂਅਲ ਕੋਹਨਾ ਇਹ ਪ੍ਰੈਜ਼ੀਡੈਂਟ ਆ ਨੀਸੇ ਫਾਰਮਰਸ ਲੀਗ ਦੇ, ਜੋ 500 ਫਾਰਮਰਸ ਨੂੰ ਰਿਪਰੈਜ਼ੈਂਟ ਕਰਦੇ ਆ, ਜਿਨ੍ਹਾਂ ਦੇ ਕੋਲ 75,000 ਦੇ ਕਰੀਬ ਕੈਲੀਫੋਰਨੀਆ 'ਚ ਫਾਰਮ ਵਰਕਰ ਆ। ਹੁਣ ਪਿਛਲੇ ਦਿਨਾਂ 'ਚ ਜਿਸ ਹਿਸਾਬ ਦੇ ਨਾਲ ਖੇਤਾਂ ਦੇ ਵਿੱਚ ਛਾਪੇ ਮਾਰੇ ਗਏ, ਇੱਕ ਫਾਰਮ ਦੇ ਵਿੱਚ 300 ਬੰਦੇ ਨੂੰ ਅਰੈਸਟ ਕੀਤਾ ਗਿਆ। ਸੋ ਉਹਦੇ ਨਾਲ ਕਹਿੰਦੇ ਵੀ ਲੋਕਾਂ ਦੇ ਵਿੱਚ ਜਿਹੜੇ ਫਾਰਮਰ ਦੇ ਕੰਮ ਕਰਦੇ ਆ ਬਹੁਤ ਜ਼ਿਆਦਾ ਘਬਰਾਹਟ ਹੈਗੀ ਆ। ਤੇ ਇੱਕ ਹੋਰ ਇਸੇ ਤਰ੍ਹਾਂ ਬੰਦੇ ਦੀ ਉਹਨੇ ਸਟੋਰੀ ਰਨ ਕੀਤੀ ਆ ਵੀ ਕਿਸ ਤਰ੍ਹਾਂ 460 ਗਾਈਆਂ ਦਾ ਜਿਹੜਾ ਉਹਦਾ ਫਾਰਮ ਹੈਗਾ ਆ, ਤੇ ਉਹ ਕਹਿੰਦਾ ਵੀ ਮੈਨੂੰ ਹੁਣ ਬੰਦੇ ਨਹੀਂ ਲੱਭ ਰਹੇ ਕੰਮ ਕਰਨ ਦੇ ਲਈ, ਤੇ ਫਿਰ ਆਪਾਂ ਕੀ ਕਰਾਂਗੇ। ਸੋ ਇਹ ਜਿਹੜੀ ਸਿਚੁਏਸ਼ਨ ਆ ਇਹ ਹੁਣ ਇਮੀਗ੍ਰੇਸ਼ਨ ਖਾਸ ਕਰਕੇ ਜਿਹੜੇ ਇਦਾਂ ਦੇ ਫੀਲਡ ਆ ਉਹਦੇ ਵਿੱਚ ਬਹੁਤ ਜ਼ਿਆਦਾ ਇਫੈਕਟ ਕਰ ਰਹੀ ਹੈਗੀ ਆ। ਜੀ, ਇੱਕ ਜਿਹੜੀ ਦੱਸ ਜੇ USCIS ਨੇ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਜਿਹੜੇ ਆ ਕਸਟਮ ਐਂਡ ਬਾਰਡਰ ਪੈਟਰੋਲ ਏਜੰਸੀਜ਼ ਆ, ਉਹਨਾਂ ਸਾਰਿਆਂ ਨੇ ਉਹਨਾਂ ਨੇ ਇੱਕ ਹੁਣੇ ਰੀਸੈਂਟਲੀ ਪੋਸਟ ਪਾਈ ਆ। ਉਹਨਾਂ ਨੇ ਹਦਾਇਤਾਂ ਦਿੱਤੀਆਂ ਸਾਰਿਆਂ ਨੂੰ, ਕਹਿੰਦੇ ਵੀ ਜੇ ਤੁਸੀਂ 18 ਸਾਲ ਤੋਂ ਉੱਤੇ ਆ, ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਜਾਂ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਆ, ਤਾਂ ਕੋਲ ਆਪਣੇ ਉਹ ਕਾਰਡ ਫਿਜ਼ੀਕਲੀ ਰੱਖਣਾ ਜਿਹੜਾ ਉਹ ਜ਼ਰੂਰੀ ਆ। ਬੇਸਿਕਲੀ ਜੇ ਤੁਸੀਂ ਨਾਨ ਸਿਟੀਜ਼ਨ ਆ ਤਾਂ ਤੁਸੀਂ ਲਾਜ਼ ਜਿਹੜੇ ਉਹ US ਦੇ ਫੋਲੋ ਕਰੋ, ਤੇ ਇਹ ਤੁਹਾਡੇ ਕੋਲ ਪੋਜੈਸ਼ਨ ਜਿਹੜਾ ਆ ਉਹ ਹੋਣਾ ਚਾਹੀਦਾ ਆ। ਇਹ ਕੱਲ੍ਹ ਹੀ ਜਿਹੜੀ ਇਹਨਾਂ ਨੇ ਪੋਸਟ ਜਿਹੜੀ ਹਰਜੋਤ ਸਿੰਘ ਜੀ ਸੋਸ਼ਲ ਮੀਡੀਆ ਦੇ ਉੱਤੇ ਪਾਈ ਆ, ਫਿਰ ਲੋਕਾਂ ਨੂੰ ਯਾਦ ਦਿਵਾਉਣ ਦੇ ਲਈ ਵੀ 18 ਸਾਲ ਤੋਂ ਵੱਧ ਦੀ ਉਮਰ ਵਾਲੇ ਹਰ ਇੱਕ ਏਲੀਅਨ ਨੂੰ, ਨਾਨ ਸਿਟੀਜ਼ਨ ਨੂੰ ਆਪਣੇ ਕੋਲ ਹਮੇਸ਼ਾ ਹੀ ਪਰਸਨਲ ਪੋਜੈਸ਼ਨ ਦੇ ਵਿੱਚ ਸਰਟੀਫਿਕੇਟ ਰੱਖਣਾ ਆ ਏਲੀਅਨ ਰਜਿਸਟ੍ਰੇਸ਼ਨ ਦਾ। ਜੇ ਏਲੀਅਨ ਰਜਿਸਟ੍ਰੇਸ਼ਨ ਰਸੀਟ ਦਾ ਕਾਰਡ ਜਿਹੜਾ ਇਸ਼ੂ ਹੋਇਆ ਆ ਉਸ ਦਾ, ਜਾਂ ਗ੍ਰੀਨ ਕਾਰਡ ਜਿਹੜਾ ਹੈਗਾ ਆ, ਉਹ ਤੁਹਾਡੇ ਕੋਲ ਜਿਹੜਾ ਉਹ ਜ਼ਰੂਰ ਫਿਜ਼ੀਕਲੀ ਮੌਜੂਦ ਹੋਣਾ ਚਾਹੀਦਾ ਆ। ਸੋ ਮੇਕ ਸ਼ੋਰ ਕਰੋ ਵੀ ਉਹ ਤੁਹਾਡੇ ਕੋਲ ਹੋਵੇ। ਸੋ ਤੁਹਾਨੂੰ ਜਿਹੜਾ ਇਸ ਦੇ ਵਿੱਚ ਆਪਾਂ ਯਾਦ ਦਿਵਾ ਰਹੇ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਹੁਣ ਨਿਰਮਲ ਸਿੰਘ ਮਾਨ ਜੀ ਜਿਹੜੇ ਆ ਉਹ ਜੁੜ ਚੁੱਕੇ ਆ, ਉਹਨਾਂ ਦੇ ਨਾਲ ਆਪਾਂ ਜਿਹੜੀ ਉਹ ਗੱਲਬਾਤ ਕਰਦੇ ਆ। ਊੜਾ ਡੈਟ ਰਿਲੀਫ ਤੋਂ ਆਪਣੇ ਨਾਲ ਇਸ ਟਾਈਮ ਜੁੜੇ ਨੇ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸੁਣਨ ਵਾਲਿਆਂ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਨਿਰਮਲ ਮਾਨ ਜੀ, ਸੋ ਅੱਜ ਤੁਸੀਂ ਜਿਹੜੀ ਸਭ ਨੂੰ ਹੀ ਪਤਾ ਹੈ ਵੀ ਜਿਹੜਾ ਡੈਟ ਦਾ ਮਸਲਾ ਕਾਫੀ ਜਿਹੜਾ ਉਹ ਉਲਝਿਆ ਪਿਆ ਹੈ, ਲੋਕਾਂ ਦੇ ਲਈ ਵੀ, ਮੁਲਕ ਦੇ ਲਈ ਵੀ, ਸਾਰੇ ਪਾਸੇ ਹੀ ਜਿਹੜੀ ਸਿਚੁਏਸ਼ਨ ਇਸ ਤਰੀਕੇ ਦੇ ਨਾਲ ਬਣੀ ਪਈ ਆ। ਸੋ ਕੀ ਅੱਜ ਤੁਸੀਂ ਸਾਡੇ ਸਰੋਤਿਆਂ ਦੇ ਲਈ, ਦਰਸ਼ਕਾਂ ਦੇ ਲਈ ਜਿਹੜੀ ਉਹ ਜਾਣਕਾਰੀ ਲੈ ਕੇ ਹਾਜ਼ਰ ਆ? ਦੇਖੋ, ਜੇ ਆਪਾਂ ਗੱਲ ਕਰੀਏ ਰਾਜ ਜੀ, ਜੇ ਆਪਾਂ ਗੱਲ ਕਰੀਏ ਤੇ ਕਾਫੀ ਜਿਹੜਾ ਆੜਾ ਵੀਕ ਆ, ਕਾਫੀ ਇੰਪੋਰਟੈਂਟ ਵੀਕ ਹੀ ਆਉਣ ਵਾਲੇ ਜਿਹੜੇ ਹਫਤੇ ਨੇ ਇਹਦੇ ਵਾਸਤੇ ਕਾਫੀ ਜਿਹੜੇ ਇੰਪੋਰਟੈਂਟ ਜਿਹੜੇ ਡਿਸੀਜਨ ਇਹ 'ਚ ਨਿਕਲ ਕੇ ਆਉਣੇ ਨੇ ਜੀ, ਜਿਹਦੇ 'ਚ ਖਾਸ ਕਰਕੇ ਇਸ ਹਫਤੇ ਦੇ ਵਿੱਚ ਆਉਣ ਵਾਲੇ ਹਫਤੇ ਦੇ ਵਿੱਚ ਜਿਹੜੀ ਅਰਨਿੰਗਸ ਡਿਕਲੇਅਰ ਹੋਣੀਆਂ, ਮਾਈਕਰੋਸਾਫਟ, ਮੈਟਾ, ਐਮਾਜ਼ੋਨ, ਐਪਲ ਸਾਰਿਆਂ ਨੇ ਕਰਨੀਆਂ, ਉਹ ਕਰਤੀਆਂ ਹੋਈਆਂ। ਬਾਕੀ ਕੰਜ਼ਿਊਮਰ ਜਿਹੜੀ ਇਸ ਟਾਈਮ ਕੌਨਫੀਡੈਂਸ ਆ ਉਹ ਕਾਫੀ ਜ਼ਿਆਦਾ ਹਿੱਲਿਆ ਹੋਇਆ, ਉਹਦੀ ਰਿਪੋਰਟ ਵੀ ਆਉਣੀ ਹੈ। ਤੇ ਸੈਕਿੰਡ ਕੁਆਰਟਰ ਦੀ ਤੇ ਬਾਕੀ ਫੈਡ ਦਾ ਡਿਸੀਜਨ ਕਿ ਉਹਨਾਂ ਨੇ ਕਰਨਾ ਕਿ ਨਹੀਂ ਕਰਨਾ, ਰੇਟ ਘਟਾਉਣੇ ਕਿ ਨਹੀਂ ਘਟਾਉਣੇ, ਪਲੱਸ ਇਨਫਲੇਸ਼ਨ ਤੇ ਹੈਗੀ ਹੈ ਨਾਲ, ਜਿਹੜੇ ਟ੍ਰੇਡ ਲਾਈਨ ਜਿਹੜਾ ਆਪਣਾ ਟੈਰਿਫਸ ਨੂੰ ਰੋਕਿਆ ਹੋਇਆ ਅਗਸਤ 1 ਤੱਕ। ਸੋ ਚੀਜ਼ਾਂ ਜਿਹੜੀਆਂ ਨੇ ਕਾਫੀ, ਕਿਉਂਕਿ ਜੇ ਓਵਰਆਲ ਦੇਖਿਆ ਜਾਏ ਤਾਂ ਇਕੋਨਮੀ, ਜੋ ਫੈਡਸ ਕਹਿ ਰਹੇ ਆ ਕਿ ਇਕੋਨਮੀ ਅਜੇ ਵੀ ਸਟੇਬਲ ਹੈ, ਚੰਗੀ ਹੈ ਇਕੋਨਮੀ, ਉਸ ਕਰਕੇ ਉਹ ਬਾਰ-ਬਾਰ ਪ੍ਰੈਜ਼ੀਡੈਂਟ ਟਰੰਪ ਵੀ ਕਹਿੰਦਾ ਜੀ ਇਕੋਨਮੀ ਬਹੁਤ ਸਟੇਬਲ ਹੈ, ਇਕੋਨਮੀ 'ਚ ਕੋਈ ਇਸ਼ੂ ਨਹੀਂ ਹੈਗਾ। ਪਰ ਜਦੋਂ ਮੈਂ ਆਪਣੇ ਆਪ ਦੇਖੀ, ਆਪਣੇ ਪਰਸਨਲ ਫਾਈਨੈਂਸ ਦੇਖੀਏ, ਤਾਂ ਉਦੋਂ ਹੀ ਪਤਾ ਲੱਗਦਾ ਕਿ ਸਾਡਾ ਹਰ ਸਿਚੁਏਸ਼ਨ, ਹਰ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਹੈ। ਸੋ ਕਈ ਐਸੇ ਬਿਜ਼ਨਸ ਨੇ ਜਿਨ੍ਹਾਂ 'ਚ ਕਾਫੀ ਜ਼ਿਆਦਾ ਮਾੜਾ ਇੰਪੈਕਟ ਪਿਆ, ਔਰ ਆਉਣ ਵਾਲੇ ਟਾਈਮ ਦੇ ਵਿੱਚ ਥਿੰਕ ਆੜਾ ਵੀਕ ਦੇ ਬਾਅਦ ਕਾਫੀ ਪਿਕਚਰ ਕਲੀਅਰ ਹੋਏਗੀ ਕਿ ਕੀ ਬਣਦਾ। ਪਰ ਜਨਰਲੀ ਮੈਂ ਇਹੀ ਕਹਿੰਦਾ ਕਿ ਜੇ ਹਰ ਬੰਦਾ ਆਪਣੇ ਘਰ ਦੇ, ਜੇ ਸਾਰੀ ਮਾਰਕੀਟ ਚੰਗੀ ਵੀ ਹੈ, ਜੇ ਮੇਰੇ ਘਰ ਦੀ ਸਿਚੁਏਸ਼ਨ ਖਰਾਬ ਹੈ, ਸੋ ਮੇਰੇ ਵਾਸਤੇ ਇਕੋਨਮੀ ਖਰਾਬ ਹੀ ਹੈ। ਔਰ ਜੇ ਸਾਰੇ ਪਾਸੇ ਮਾੜਾ ਹਾਲਾਤ ਹੈ, ਪਰ ਜੇ ਮੇਰੀ ਇੱਕ ਸਿਚੁਏਸ਼ਨ ਚੰਗੀ ਹੈ, ਸੋ ਹਰ ਬੰਦੇ ਦੀ ਪਰਸਨਲ ਸਿਚੁਏਸ਼ਨ ਹੈ। ਆਈ ਥਿੰਕ ਇਹ ਖਾਸ ਕਰਕੇ ਜਿਹੜਾ ਅਨਸਿਕਿਉਰਡ ਡੈਟ ਹੈ, ਜੇ ਆਪਾਂ ਕ੍ਰੈਡਿਟ ਕਾਰਡ ਦੀ ਗੱਲ ਕਰ ਲਈਏ, ਸਟਾਰਟ ਹੀ ਹੁੰਦਾ ਕਿ 20-21% ਤੋਂ, ਹਾਂਜੀ, ਤੇ ਮਿਨੀਮਮ ਪੇਮੈਂਟਾਂ ਦੇ ਉੱਤੇ ਫਸੇ ਹੋਏ ਆ। ਔਰ ਮੈਂ ਬਹੁਤ ਸਾਰੀਆਂ ਸਾਨੂੰ ਕਾਲ ਆਉਂਦੀਆਂ ਨੇ, ਖਾਸ ਕਰਕੇ ਟਰੱਕ ਇੰਡਸਟਰੀ ਤੋਂ, ਕਿ ਭਾਜੀ ਕਿਸੇ ਨੇ 5 ਲੱਖ ਪਾਤਾ, ਕਿਸੇ ਨੇ 4 ਮਿਲੀਅਨ ਪਾਤਾ, ਕਿ 2 ਸਾਲ ਤੋਂ ਇਸੇ ਐਂਟੀਸਪੇਸ਼ਨ 'ਚ ਬੈਠੇ ਕਿ ਮਾਰਕੀਟ ਰਿਵਾਈਵ ਹੋਏਗੀ ਜਾਂ ਨਹੀਂ ਹੋਏਗੀ। ਸੋ ਆਈ ਥਿੰਕ ਕਿ ਬਾਈ ਐਂਡ ਆਫ ਦਿਸ ਈਅਰ ਪਤਾ ਲੱਗ ਜਾਣਾ ਜੇ ਕਿ ਮਾਰਕੀਟ ਰਿਵਾਈਵ ਹੁੰਦੀ ਹੈ ਕਿ ਨਹੀਂ ਹੁੰਦੀ। ਹੁਣ ਕਈ ਐਸੀ ਕਾਲਾਂ ਵੀ ਹੁੰਦੀਆਂ ਨੇ ਕਿ ਭਾਜੀ ਦੱਸੋ ਕਿੱਦਾਂ ਕਰੀਏ ਜੀ, ਆਪਾਂ ਪੈਸੇ ਚੱਕਣੇ ਆ ਜੀ, ਇਹੀ ਮਤਲਬ ਕਈ ਹੁਣ ਅਨਫੋਰਚੂਨੇਟ ਆ ਥੋੜਾ ਜਿਹਾ, ਇਹਦੇ ਰੀਪਰਕਸ਼ਨਸ ਲੌਂਗ ਟਰਮ 'ਚ ਹੋਣੇ ਨੇ।
ਮੈਂ ਇਹ ਸਲਾਹ ਦਾਂਗਾ ਕਿ ਹੁਣ ਕਈ ਐਸੀਆਂ ਕਾਲਾਂ ਆਉਂਦੀਆਂ ਨੇ ਜਿਹੜੇ ਕਹਿੰਦੇ ਨੇ ਕਿ ਭਾਜੀ ਅਸੀਂ ਪੈਸੇ ਚੁੱਕੀਏ ਕਿੱਦਾਂ, ਅਸੀਂ ਕਿੱਦਾਂ ਫਰਾਡ ਕਰੀਏ, ਕਿੱਦਾਂ ਅਸੀਂ ਪੈਸੇ ਚੁੱਕ ਕੇ ਤੇ ਡੈਟ ਸੈਟਲ ਕਰ ਲਈਏ, ਕਿੱਦਾਂ ਅਸੀਂ ਬੈਂਕਰਪਸੀ ਕਰ ਲਈਏ। ਸੋ ਇਹਦੇ ਬਾਰੇ ਮੈਂ ਇਹੀ ਕਹਾਂਗਾ ਕਿ ਥੋੜ੍ਹਾ ਜਿਹਾ ਸੁਚੇਤ ਰਹੋ, ਕਿਉਂਕਿ ਐਸੀ ਐਡਮਿਨਿਸਟ੍ਰੇਸ਼ਨ ਹੈ ਨਹੀਂ ਕਿ ਜਿਹੜੀ ਤੁਹਾਨੂੰ ਲੀਨੀਅੰਟਲੀ ਛੱਡ ਦਿਓ, ਸਪੈਸ਼ਲੀ ਕਿਸੇ ਵੀ ਇਮੀਗ੍ਰੈਂਟ ਨੂੰ। ਤੇ ਬੈਂਕਰਪਸੀਆਂ ਜਾਂ ਡੈਟ ਸੈਟਲਮੈਂਟ ਜੇ ਤੁਸੀਂ ਜੈਨੂਇਨ ਕੇਸ ਹੈਗਾ ਤੇ ਉਹਦੇ 'ਚ ਤਾਂ ਹੀ ਪਾਓ। ਰਾਈਟ ਵਿੱਚ ਚੁੱਕ ਕੇ ਉਹਨੂੰ ਪੇਮੈਂਟਾਂ ਬੰਦ ਕਰਨਾ, ਦੈਟਸ ਅ ਰੈੱਡ ਫਲੈਗ, ਰਾਈਟ ਅਵੇ ਫਰਾਡ ਹੋ ਜਾਂਦਾ। ਤੇ ਉਹਦੇ ਵਿੱਚ ਤੁਹਾਡੀ ਇਮੀਗ੍ਰੇਸ਼ਨ, ਆਈ ਡੋਂਟ ਨੋ ਕਿ ਹੁਣ ਤੇ ਨਹੀਂ ਚੰਗਾ ਪੈਂਦਾ ਪਿਆ, ਪਰ ਇਮੀਗ੍ਰੇਸ਼ਨ ਜੇ ਨਹੀਂ ਤੁਸੀਂ ਹੋਏ ਜਾਂ ਤੁਹਾਡੇ ਕ੍ਰਿਮੀਨਲ ਰੈਕਡ ਤੇ ਵੀ ਆ ਜਾਂਦਾ, ਬਿਕੋਜ਼ ਪੈਸੇ ਚੁੱਕ ਕੇ ਨਾ ਵਾਪਸ ਕਰਨੇ ਇਸ ਫਰਾਡ। ਪਰ ਜੈਨੂਇਨਲੀ ਜੇ ਤੁਸੀਂ ਹਾਰਡਸ਼ਿਪ ਦੇ ਵਿੱਚ ਹੈਗੇ, ਕੋਈ ਇਸ਼ੂ ਹੈਗਾ, ਜੇ ਤੁਸੀਂ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਮਿਨੀਮਮ ਪੇਮੈਂਟਸ ਦੇ ਰਹੇ ਹੋ, ਤੇ ਆਈ ਥਿੰਕ ਉਹਦਾ ਪ੍ਰੋਪਰ ਸੋਲੂਸ਼ਨ ਹੈਗਾ, ਜਿਹੜਾ ਅਸੀਂ ਕਾਫੀ ਸਾਲਾਂ ਤੋਂ ਕਹਿ ਰਹੇ ਹਾਂ ਕਿ ਔਨ ਐਵਰੇਜ ਯੂ ਕੈਨ ਸੇਵ ਅਪ ਟੂ 60% ਵਿਦਾਊਟ ਪੇਇੰਗ ਅ ਸਿੰਗਲ ਪੈਨੀ ਅਪ ਫਰੰਟ। ਤੇ ਇਹਦੇ ਬਾਰੇ ਕਿਸੇ ਨੂੰ ਵੀ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੋਏ ਸਾਨੂੰ ਕਾਲ ਕਰ ਲੈ। ਨੰਬਰ ਸਾਡਾ ਜੀ 888 888 9914 ਤੇ ਵੈਬਸਾਈਟ ਸਾਡੀ ਹੈ ura.org, OORAA.org। ਜੀ ਬਿਲਕੁਲ। ਸੋ ਇਹ ਜਿਹੜੀਆਂ ਇਸ ਟਾਈਮ ਸਿਚੁਏਸ਼ਨ ਜਿਹੜੀਆਂ ਉਹ ਹੈਗੀਆਂ, ਸੋ ਮੇਕ ਸ਼ੋਰ ਕਰੋ ਵੀ ਆਪਣੇ ਡੈਟ ਨੂੰ ਕੰਸੋਲੀਡੇਟ ਕਰਾ ਲਓ। 60% ਤੱਕ ਕਰਜ਼ਾ ਜਿਹੜਾ ਹੈ ਮਾਫ ਕਰਾਉਣ 'ਚ ਮਦਦ ਜਿਹੜੀ ਆ ਕਰਦੇ ਨੇ। ਸੋ ਨਿਰਮਲ ਮਾਨ ਹੋਣਾ ਦੇ ਨਾਲ ਤੁਸੀਂ ਕੰਟੈਕਟ ਕਰੋ 8888889914 ਦੇ ਉੱਤੇ। ਇਸ ਦੇ ਵਿੱਚ ਨਿਰਮਲ ਮਾਨ ਜੀ ਇੱਕ ਚੀਜ਼ ਅੱਜ ਕੱਲ੍ਹ ਆਈ ਡੋਂਟ ਨੋ ਰਿਵਾਜ ਚੱਲ ਰਿਹਾ ਆ ਜਾਂ ਇਹ ਚਰਚਾ ਆ, ਉਹ ਇਹਦੀਆਂ ਗੱਲਾਂ ਜਿਹੜੀਆਂ ਹੁਣ ਕਈ ਥਾਂ ਤੋਂ ਸੁਣਨ ਨੂੰ ਮਿਲਦੀਆਂ, ਜਿੱਦਾਂ ਉਹ ਕਹਿੰਦੇ ਵੀ ਯਾਰ ਹੁਣ ਤਾਂ ਪਤਾ ਨਹੀਂ ਇੱਥੇ ਪਤਾ ਨਹੀਂ ਪੱਕੇ ਰਹਿ ਹੋਣਾ ਨਹੀਂ ਹੋਣਾ ਕਿੱਦਾਂ ਆ, ਚੱਕ ਲਓ ਕਰਜ਼ਾ, ਵੇਖੀ ਜਾਊਗੀ, ਦੌੜ ਜਾਗੇ, ਫਿਰ ਨਹੀਂ ਆਉਣਾ ਵਾਪਸ। ਸੋ ਉਹ ਸਿਚੁਏਸ਼ਨ ਦੇ ਵਿੱਚ ਕੀ ਜਿਹੜੇ ਬੈਡ ਇਫੈਕਟਸ ਜਿਹੜੇ ਹੋ ਸਕਦੇ, ਕਿਉਂਕਿ ਇਵੈਂਚੁਅਲੀ ਬੰਦਾ ਜਿਹੜਾ ਇੱਕ ਵਾਰੀ ਇੱਥੇ ਆਇਆ ਉਹਦਾ ਚਿੱਤ ਤਾਂ ਕਰਦਾ ਹੀ ਆ ਵੀ ਮੁੜ ਦੁਬਾਰਾ ਜਿਹੜਾ ਇੱਥੇ ਆ ਜਾਈਏ। ਬਹੁਤ ਸਾਰੀ ਕੰਟਰੀ ਹੈ, ਈਵਨ ਬਹੁਤ ਸਾਰੀ ਕੇਸਿਸ ਦੇ ਵਿੱਚ ਜਾ ਕੇ ਤੁਸੀਂ ਇੰਡੀਆ ਦੇ ਵਿੱਚ ਵੀ NRO ਜਾਂ NRE ਅਕਾਊਂਟ ਖੁਲਵਾਉਂਦੇ ਹੋ ਤਾਂ ਵੀ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਮੰਗਦੇ ਨੇ ਉਹ। ਤੇ ਈਵਨ ਅਕ੍ਰੋਸ ਦਾ ਬਾਰਡਰ ਕੈਨੇਡਾ ਜਾ ਕੇ ਤੁਸੀਂ ਅਕਾਊਂਟ ਖੁਲਵਾਉਂਦੇ ਹੋ, ਸਾਰੇ ਸੋਸ਼ਲ ਸਿਕਿਉਰਿਟੀ ਨੰਬਰ ਮੰਗਦੇ ਨੇ। ਤੇ ਉਹ ਟਰੈਕ ਹੋ ਸਕਦਾ ਲੌਂਗ ਰਨ ਦੇ ਵਿੱਚ। ਆਈ ਥਿੰਕ ਜੇ ਇਹਨੇ 10-15 ਹਜ਼ਾਰ ਡਾਲਰ ਦਾ ਕੀਤਾ ਤਾਂ ਮੈਂ ਕੋਈ ਸਲਾਹ ਨਹੀਂ ਦੇ ਰਿਹਾ, ਬਿਕੋਜ਼ ਆਈ ਡੋਂਟ ਨੋ ਦੇ ਕੀ ਸਿਚੁਏਸ਼ਨ ਹੋ ਸਕਦੇ ਨੇ। ਪਰ ਜੇ ਤੁਸੀਂ ਪੈਸੇ ਜੈਨੂਇਨਲੀ ਵਾਪਸ ਕਰ ਸਕਦੇ ਹੋ, ਦੈਟਸ ਦ ਬੈਸਟ ਆਪਸ਼ਨ। ਪਰ ਜੇ ਇਸੇ ਮਨਸੂਬੇ ਨਾਲ ਕਿ ਪੈਸੇ ਚੁੱਕ ਕੇ ਅਸੀਂ ਵਾਪਸ ਨਹੀਂ ਕਰਨੇ, ਫਰਾਡ ਕਰਨਾ, ਕੋਈ ਹੋ ਸਕਦਾ ਕਿ ਕੋਈ ਕਰ ਵੀ ਗਿਆ ਹੋਏ ਪਹਿਲਾਂ ਹਿਸਟਰੀ ਦੇ ਵਿੱਚ, ਪਹਿਲਾਂ ਬੈਕ, ਪਰ ਹੁਣ ਸਿਚੁਏਸ਼ਨ ਹੈ ਹਰ ਟਾਈਮ ਸਕਰੂਟਨੀ ਹੋ ਰਹੀ ਹੈ, ਕਿਉਂਕਿ ਬੈਂਕਾਂ ਕੋ ਵੀ ਅੱਜ ਕੱਲ੍ਹ AI ਆ ਗਈ ਹੈ। ਜਦੋਂ ਬੰਦਾ 4 ਥਾਂ ਕ੍ਰੈਡਿਟ ਕਾਰਡ ਅਪਲਾਈ ਕਰਦਾ ਜਾਂ ਪੇਮੈਂਟ ਉਹ ਜਿਹੜੀ ਉਹਨਾਂ ਦੀ ਜਿਹੜੀ ਮਿਨੀਮਮ ਜਿਹੜੀ ਉਹਨਾਂ ਦੀ ਕ੍ਰੈਡਿਟ ਲਾਈਨ ਹੈ ਉਹਦੇ ਉੱਤੇ ਪੈਸੇ ਚੁੱਕਣੇ ਸ਼ੁਰੂ ਕਰ ਦਿੰਦੇ ਡਿਫਰੈਂਟ ਕਾਰਡ ਦੇ ਉੱਤੇ। ਉਹ ਅੱਜ ਕੱਲ੍ਹ ਇੰਨਾ ਜ਼ਿਆਦਾ ਸਮਾਰਟ ਐਲਗੋਰਿਥਮ ਹੈਗੇ, ਉਹਨੂੰ ਪਤਾ ਲੱਗ ਜਾਂਦਾ, ਲੋਕੀ ਉਹ ਸਿਸਟਮ ਆਪਣੇ ਕ੍ਰੈਡਿਟ ਕਾਰਡ ਬੰਦ ਕਰਨ ਲੱਗ ਪੈਂਦੇ ਨੇ। ਪਰ ਬੜੇ ਇਨੋਵੇਟਿਵ ਤਰੀਕੇ ਆਏ ਨੇ। ਮੈਂ ਜਿਹੜੇ ਗੱਲਾਂ ਸੁਣੀਆਂ ਨੇ ਕਿ ਲੋਕੀ ਪੁਰਾਣਾ ਟਰੱਕ ਲੈ ਰਹੇ, ਆਪਣੇ ਆਪ ਨੂੰ ਵੇਚ ਕੇ ਉਹਦੇ ਉੱਤੇ ਲੋਨ ਲੈ ਕੇ, ਫਿਰ ਇਹ ਬੜੀਆਂ ਸਿਚੁਏਸ਼ਨਸ, ਔਰ ਉਹਦੇ ਕਰਕੇ ਹੀ ਜਦ ਅੱਗੇ ਵੀ ਕਿਹਾ ਸੀ ਕਿ ਟਰੱਕ ਲੈ ਲਏ, ਫਰਾਡ ਕਰ ਲਿਆ। ਪੁਰਾਣਾ ਟਰੱਕ ਟ੍ਰੇਲਰ 10-15 ਹਜ਼ਾਰ ਦਾ, 20 ਹਜ਼ਾਰ ਦਾ ਲੈ ਕੇ ਉਹਦੇ ਉੱਤੇ 50 ਹਜ਼ਾਰ ਦਾ ਲੋਨ ਲੈ ਲਿਆ, ਫਿਰ ਉਹ ਲੋਨ ਵਾਪਸ ਕਰਨਾ ਬੰਦ ਕਰ ਦਿੱਤਾ। ਫਿਰ ਉਹਦੇ ਬਾਅਦ ਉਹ ਟਰੱਕ ਰੀਪੋ ਕਰਨ ਦੇ ਵਾਸਤੇ ਆਏ, ਉਹ ਟਰੱਕ ਰੀਪੋ ਕਰਵਾ ਲਿਆ, ਪਤਾ ਲੱਗਾ ਕਿ ਟਰੱਕ ਸਸਤਾ ਲਿਆ ਸੀ। ਤੇ ਕ੍ਰਿਮੀਨਲ ਕੇਸਿਸ ਵੀ ਲੋਕਾਂ ਉੱਤੇ ਪੈ ਰਹੇ ਨੇ, ਜਿਹੜਾ ਸਾਡੇ ਨੋਟਿਸ ਵਿੱਚ ਆ ਰਿਹਾ ਇਸ ਟਾਈਮ। ਸੋ ਆਈ ਵਿਲ ਸੇ ਕਿ ਬੀ ਲਿਟਲ ਮੋਰ ਕੇਅਰਫੁਲ। ਜੀ। ਸੋ ਥੈਂਕ ਯੂ ਨਿਰਮਲ ਮਾਨ ਜੀ, ਬੜਾ ਸ਼ੁਕਰੀਆ। ਸੋ ਊੜਾ ਡਾਟਾ ਰਿਲੀਫ ਦੀਆਂ ਜੇ ਸਰਵਿਸਿਜ਼ ਤੁਹਾਨੂੰ ਚਾਹੀਦੀਆਂ, ਕਰਜ਼ੇ ਨੂੰ ਲੈ ਕੇ ਤੁਸੀਂ ਚਿੰਤਤ ਤੋਂ ਪਰੇਸ਼ਾਨ ਹੋ, ਸਲਾਹ ਕਰਨੀ ਆ, ਕਰਜ਼ੇ ਨੂੰ ਕੰਸੋਲੀਡੇਟ ਕਰਨਾ, ਮਾਫ ਕਰਵਾਉਣਾ, ਤੇ ਇਹਨਾਂ ਦੇ ਨਾਲ ਕੰਟੈਕਟ ਕਰੋ 888 888 9914 ਦੇ ਉੱਤੇ। ਸ਼ੁਕਰੀਆ ਨਿਰਮਲ ਮਾਨ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸੋ ਹਰਜੋਤ ਸਿੰਘ ਜੀ, ਆਪਾਂ ਅੱਗੇ ਹੋਰ ਖਬਰਾਂ ਵੱਲ ਨੂੰ ਵਧਦੇ ਹਾਂ। ਜੇ ਹੋਰ ਕੁਝ ਜੇ ਖਬਰਾਂ ਸਾਂਝੀਆਂ ਕਰਦੇ ਜਾਈਏ, ਇੱਕ ਇਮੀਗ੍ਰੇਸ਼ਨ ਦੀ ਹੋਰ ਹੈਗੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਪੈਸਾਡੀਨਾ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹਸਪੀਟਲ ਹੈਗਾ, ਹੰਟਿੰਗਟਨ ਹਸਪੀਟਲ ਜੀ, ਉਹਦੇ ਜਿਹੜੇ ਚੀਫ ਆਫ ਮੈਡੀਕਲ ਸਟਾਫ ਆ, ਉਹਦੇ ਹਸਬੈਂਡ ਨੂੰ ਜਿਹੜਾ ਆ ਇਮੀਗ੍ਰੇਸ਼ਨ ਵਾਲੇ ਨੇ ਚੱਕ ਲਿਆ। ਤਨੀਸ਼ੀਅਨ ਇਮੀਗ੍ਰੈਂਟ ਰਾਮੀ ਉਥਮਾਨੀ, ਉਸ ਨੂੰ USCIS ਵਾਲਿਆਂ ਨੇ ਜੁਲਾਈ 13 ਨੂੰ ਚੱਕ ਲਿਆ, ਜਦੋਂ ਉਹ ਗਰੋਸਰੀ ਸਟੋਰ ਤੋਂ ਗਰੋਸਰੀ ਲੈਣ ਜਾ ਰਿਹਾ ਸੀਗਾ। ਉਹਦੀ ਜਿਹੜੀ ਵਾਈਫ ਆ ਡਾਕਟਰ ਵਾਫਾ ਅਲ ਰਸ਼ੀਦ, 1000 ਫਿਜ਼ੀਸ਼ੀਅਨ ਉਹਦੇ ਅੰਡਰ ਕੰਮ ਕਰਦਾ। ਤੁਸੀਂ ਹਿਸਾਬ ਲਾ ਲਓ, 1000 ਡਾਕਟਰ ਉਹਦੇ ਅੰਡਰ ਕੰਮ ਕਰਦਾ। ਕਹਿੰਦੇ ਆਲਰੇਡੀ ਮੇਰੇ ਹਸਬੈਂਡ ਦੀ ਜਿਹੜੀ ਪਟੀਸ਼ਨ ਆ ਇਮੀਗ੍ਰੇਸ਼ਨ ਦੀ ਪਾਈਓ ਸੀਗੀ, ਤੇ ਕੋਈ ਉਹਨਾਂ ਨੇ ਬਰੰਟ ਨਹੀਂ ਦਿਖਾਲੇ, ਕੋਈ ਕੁਛ ਨਹੀਂ, ਉਹਨੂੰ ਬਸ ਚੱਕ ਲਿਆ, ਚੱਕ ਕੇ ਤੇ ਲੈ ਗਏ।
ਤੇ ਉਹ ਜਿਹੜੀ ਡਾਕਟਰ ਬੀਬੀ ਆ ਹੁਣ ਉਹ ਕਹਿੰਦੀ ਆ ਵੀ ਮੇਰਾ ਹਸਬੰਡ ਕੋਈ ਕ੍ਰਿਮੀਨਲ ਨਹੀਂ ਹੈ, ਲੀਗਲੀ ਉਹ ਅਮਰੀਕਾ ਚ ਆਇਆ, ਲੀਗਲੀ ਮੈਂ ਉਹਦਾ ਜਿਹੜਾ ਅਪਲਾਈ ਕੀਤਾ ਸੀ ਪਟੀਸ਼ਨ ਜਿਹੜੀ ਸੀਗੀ ਆਈ ਜਿਹੜੀ ਆ 130 ਪਟੀਸ਼ਨ ਜੂਨ 12 ਨੂੰ ਉਹਦੀ ਅਪਲਾਈ ਕੀਤੀ ਸੀਗੀ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ ਹੈਗੀਆਂ। ਸੋ ਨੈਸ਼ਨਲ ਡੇ ਲੇਬਰ ਆਰਗੇਨਾਈਜੇਸ਼ਨ ਨੈਟਵਰਕ ਨੇ ਫਰਾਈਡੇ ਨੂੰ ਅਨਾਉਂਸ ਕੀਤਾ ਆ ਵੀ ਉਹ ਇੱਕ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਲਾਸ ਐਂਜਲਸ ਫੈਡਰਲ ਬਿਲਡਿੰਗ ਦੇ ਬਾਹਰ ਇੱਕ ਵਾਰੀ ਫੇਰ ਕਰਨ ਜਾ ਰਹੇ ਹੈਗੇ ਆ ਇਸ ਸੰਬੰਧ ਦੇ ਵਿੱਚ ਵੀ ਇੱਕ ਜਿਹੜਾ ਡਾਕਟਰ ਹੈਗੀ ਆ ਉਹਦੇ ਘਰ ਵਾਲੇ ਨੂੰ ਉਹਨੇ ਲੀਗਲੀ ਅਪਲਾਈ ਕੀਤਾ, ਸਾਰਾ ਕੁਝ ਠੀਕ ਆ ਵੀ ਹਜੇ ਉਹਦੀ ਇੰਟਰਵਿਊ ਨਹੀਂ ਆਈ ਸੀ, ਪ੍ਰੋਸੈਸ ਦੇ ਵਿੱਚ ਸੀ ਤੇ ਉਸ ਨੂੰ ਜਿਹੜਾ ਆ USCIS ਵੱਲੋਂ ਚੱਕ ਲਿਆ ਗਿਆ। ਜੀ ਬਿਲਕੁਲ। ਜਿਹੜਾ ਹਰਜੋਤ ਸਿੰਘ ਜੀ ਸਮਾਂ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤੀ ਆ। ਜਾਣ ਤੋਂ ਪਹਿਲਾਂ ਈਸਟਰਨ US ਦੇ ਵਿੱਚ ਹੀਟ ਵੇਵ ਨੂੰ ਲੈ ਕੇ ਜਿਹੜੀਆਂ ਵਾਰਨਿੰਗਸ ਜਾਰੀ ਕੀਤੀਆਂ ਗਈਆਂ ਆ। ਹੀਟ ਵੇਵ ਈਸਟ ਵਾਲੇ ਪਾਸੇ US ਦੇ ਵਿੱਚ ਕਹਿੰਦੇ ਵੀ ਪੀਕ ਕਰ ਰਹੀ ਆ। 200 ਮਿਲੀਅਨ ਲੋਕ ਕਿਸੇ ਨਾ ਕਿਸੇ ਹੀਟ ਅਲਰਟ ਦੇ ਉੱਤੇ ਅੱਜ ਮੰਡੇ ਨੂੰ ਉਹਨਾਂ ਦੇ ਅੰਡਰ ਚੱਲ ਰਹੇ ਆ, ਜਿਨ੍ਹਾਂ ਵਿੱਚੋਂ 24 ਮਿਲੀਅਨ ਅਜਿਹੇ ਨੇ ਜਿਨ੍ਹਾਂ ਨੂੰ ਹਾਈਐਸਟ ਅਲਰਟ ਐਕਸਟ੍ਰੀਮ ਹੀਟ ਵਾਰਨਿੰਗ ਸਕਾਰਚਿੰਗ ਕੰਡੀਸ਼ਨਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਜਾ ਰਹੀ ਹੈ। ਕਹਿੰਦੇ ਵੀ ਡੇਂਜਰਸ ਹੀਟ ਇਸ ਟਾਈਮ ਈਸਟਰਨ ਹਾਫ ਮੁਲਕ ਦਾ ਅੱਧਾ ਹਿੱਸਾ ਜਿਹੜਾ ਆ ਉਹ ਗਰਮੀ ਚੋਂ ਉਹਨਾਂ ਨੂੰ ਲੰਘਣਾ ਜਿਹੜਾ ਉਹ ਪਵੇਗਾ। ਅਜੇ ਕੁਛ ਵੀਕ ਪਹਿਲਾਂ ਦੀਆਂ ਹੀ ਗੱਲਾਂ ਹਰਜੋਤ ਸਿੰਘ ਜੀ, ਆਪਾਂ ਹੜ੍ਹਾਂ ਦੀ ਗੱਲ ਜਿਹੜੀ ਉਹ ਕਰ ਰਹੇ ਸੀਗੇ ਵੀ ਇੰਨੀ ਜ਼ਿਆਦਾ ਜਿਹੜੀ ਬੈਡ ਜਿਹੜੀ ਸਥਿਤੀ ਆ ਉਹ ਬਣੀ ਪਈ ਆ। ਨਾਰਥ ਕੈਰੋਲੀਨਾ, ਫਲੋਰੀਡਾ, ਨਿਊਯਾਰਕ, ਇਲੀਨੋਇਸ, ਓਹਾਇਓ, ਇਹਨਾਂ ਸਾਰਿਆਂ ਦੇ ਵਿੱਚ ਹੀਟ ਰਿਸਕ ਦਾ ਜਿਹੜਾ ਸਕੇਲ ਆ ਜਿਹੜਾ 1 ਤੋਂ ਲੈ ਕੇ 4 ਤੱਕ ਹੁੰਦਾ ਆ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਈ ਦਿਨ ਤੱਕ ਜੈਕਸਨਵਿਲ ਦੇ ਵਿੱਚ ਫਲੋਰੀਡਾ 'ਚ ਅਗਲੇ ਸ਼ੁੱਕਰਵਾਰ ਤੱਕ ਇਹ ਜਿਹੜਾ ਐਕਸਟ੍ਰੀਮ ਹੀਟ ਦਾ ਰਿਸਕ ਆ 4 ਲੈਵਲ ਦੇ ਉੱਤੇ ਜਿਹੜਾ ਉਹ ਰਹੇਗਾ। ਨਾਰਥ ਕੈਰੋਲੀਨਾ ਦੇ ਵੀ ਬਹੁਤ ਜ਼ਿਆਦਾ ਜਿਹੜੇ ਸ਼ਹਿਰ ਆ ਉਹ ਇਸ ਤਰੀਕੇ ਦੇ ਨਾਲ। ਟੈਂਪਾ ਦੇ ਵਿੱਚ ਕਹਿੰਦੇ ਵੀ ਰਿਕਾਰਡ ਤੋੜ ਟੈਂਪਰੇਚਰ 100 ਡਿਗਰੀ ਤੋਂ ਪਾਰ ਜਿਹੜਾ ਹੋ ਗਿਆ। ਪਹਿਲੀ ਵਾਰ ਹੋਇਆ 1890 ਤੋਂ ਜਦੋਂ ਤੋਂ ਆਬਜ਼ਰਵੇਸ਼ਨਸ ਕੀਤੀਆਂ ਜਾ ਰਹੀਆਂ ਆ ਵੀ ਜਿਹੜਾ ਤਾਪਮਾਨ ਆ 100 ਡਿਗਰੀ ਤੋਂ ਵੱਧ ਟੈਂਪਾ ਦੇ ਵਿੱਚ ਜਿਹੜਾ ਉਹ ਗਿਆ ਹੋਵੇ, ਤੇ ਕਹਿੰਦੇ ਕੋਈ ਐਂਡ ਇਨ ਸਾਈਟ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਈਸਟਰਨ ਸੂਬਿਆਂ ਦੇ ਵਿੱਚ ਰਹਿੰਦੇ ਜਿਹੜੇ ਲੋਕ ਨੇ US ਦੇ ਵਿੱਚ, ਉਹਨਾਂ ਨੂੰ ਐਕਸਟ੍ਰੀਮ ਹੀਟ ਦੀਆਂ ਕੰਡੀਸ਼ਨਸ ਦਾ ਜਿਹੜਾ ਉਹ ਸਾਹਮਣਾ ਕਰਨਾ ਪਵੇਗਾ। ਘੱਟੋ ਘੱਟ ਬੁੱਧਵਾਰ ਤੇ ਕਈ ਥਾਵਾਂ ਦੇ ਉੱਤੇ ਸ਼ੁੱਕਰਵਾਰ ਤੱਕ ਇਹ ਜਿਹੜਾ ਤਾਪਮਾਨ ਆ ਕਾਫੀ ਗਰਮ ਰਹਿਣ ਵਾਲਾ ਹੈ। ਸੋ ਕੁੱਲ ਮਿਲਾ ਕੇ 200 ਮਿਲੀਅਨ ਲੋਕ ਕਿਸੇ ਨਾ ਕਿਸੇ ਹੀਟ ਜਿਹੜੇ ਅਲਰਟ ਦੇ ਅੰਡਰ, ਤੇ ਉਹਨਾਂ ਚੋਂ 24 ਮਿਲੀਅਨ ਐਕਸਟ੍ਰੀਮ ਹੀਟ ਅਲਰਟਸ ਦੇ ਅੰਡਰ ਜਿਹੜੇ ਆ ਉਹ ਇਸ ਟਾਈਮ ਚੱਲ ਰਹੇ ਆ। ਸੋ ਪਾਣੀ ਪੀਓ, ਹਾਈਡਰੇਟ ਰੱਖੋ, ਬਾਹਰ ਇੰਨੀ ਗਰਮੀ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਜੇ ਤੁਹਾਡੇ ਸ਼ਹਿਰ ਕਾਉਂਟੀਜ਼ ਦੇ ਵਿੱਚ ਕੋਈ ਕੂਲਿੰਗ ਸੈਂਟਰਸ ਆ, ਜੇ ਤੁਹਾਡੇ ਕੋਲ ਨਹੀਂ ਹੈਗੇ, ਕਿਉਂਕਿ ਬਹੁਤ ਸਾਰੇ ਹਰਜੋਤ ਸਿੰਘ ਜੀ ਅਜਿਹੇ ਸ਼ਹਿਰ ਆ ਜਿੱਥੇ ਕਈ ਵਾਰੀ AC ਵਗੈਰਾ ਜਿਹੜੇ ਉਹ ਘੱਟ ਹੁੰਦੇ ਨੇ ਜਾਂ ਲਾਏ ਨਹੀਂ ਹੁੰਦੇ, ਕਿਉਂਕਿ ਮੌਸਮ ਉੱਥੇ ਕਦੀ ਇੰਨਾ ਗਰਮ ਹੋਇਆ ਨਹੀਂ ਹੁੰਦਾ। ਸੋ ਉਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਜਿਹੜੀ ਮੁਸ਼ਕਲ ਆਉਣ ਦੀ ਸੰਭਾਵਨਾ ਜਿਹੜੀ ਉਹ ਬਣ ਜਾਂਦੀ ਆ ਜੀ। ਤੇ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹਾਸੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।